ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੜੀਵਾਰ ਕਿਤਾਬ ਪੜ੍ਹ ਰਹੇ ਹਾਂ ਸੌਫਟ ਟਾਰਗੇਟ ਜੀ, ਜਿਹੜੀ ਜ਼ੁਹੈਰ ਕਸ਼ਮੀਰੀ ਅਤੇ ਬ੍ਰਾਇਨ ਮੈਕਐਂਡਰੂ ਵੱਲੋਂ ਲਿਖੀ ਗਈ ਸੀ ਅਤੇ 1999 ਦੇ ਵਿੱਚ ਕੈਨੇਡਾ ਦੇ ਵਿੱਚ ਛਪੀ। ਅਤੇ ਛਪਦਿਆਂ ਸਾਰ ਹੀ ਜਿਵੇਂ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ ਵੀ ਭਾਰਤ ਦੇ ਵਿੱਚ ਇਸ ਕਿਤਾਬ ਨੂੰ ਬੈਨ ਕਰ ਦਿੱਤਾ ਗਿਆ ਹੈ ਜੀ। ਬੈਨ ਕਰਨੇ ਦਾ ਕਾਰਨ ਇਹ ਸੀਗਾ ਵੀ ਇਸ ਕਿਤਾਬ ਦੇ ਵਿੱਚ ਵੀ ਬੜੇ ਵੱਡੇ ਪੱਧਰ ਦੇ ਖੁਲਾਸੇ ਕੀਤੇ ਗਏ ਸੀਗੇ ਵੀ ਕਿਵੇਂ ਭਾਰਤੀ ਏਜੰਸੀਆਂ, ਭਾਰਤ ਸਰਕਾਰ ਜਿਹੜੀ ਆ ਜੀ ਵੀ ਉਹ ਸਿੱਖ ਕਮਿਊਨਿਟੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੈਨੀਪੂਲੇਟ ਕਰਨੀ ਪਈ ਸੀਗੀ, ਯਾਨੀ ਕਿ ਆਪਣੇ ਮੋਹਰਿਆਂ ਵਜੋਂ ਵੀ ਉਹਨਾਂ ਨੂੰ ਨਚਾਉਣ ਦੇ ਹੀ ਸਿੱਖ ਕਮਿਊਨਿਟੀ ਨੂੰ। ਅਤੇ ਉਹਦਾ ਮੇਨ ਜਿਹੜਾ ਫੋਕਸ ਸੀਗਾ ਉਹ ਕੈਨੇਡਾ ਦੇ ਵਿੱਚ ਕਿਵੇਂ ਇਹ ਸਾਰਾ ਕੀਤਾ ਗਿਆ। ਅਤੇ ਉਹਦੀ ਜਿਹੜਾ ਕੌਨਟੈਕਸਟ ਆ ਉਹ ਇਸ ਗੱਲ ਨਾਲ ਵੀ ਬਣਦਾ ਵੀ ਉਹ ਜਿਹੜਾ ਸਾਰੀ ਇਹ ਮੈਨੀਪੂਲੇਸ਼ਨ ਆ ਵੀ ਇਹਦਾ ਹੀ ਨਤੀਜਾ ਸੀਗਾ ਵੀ 1985-86 ਦੇ ਵਿੱਚ ਵੀ ਜਿਹੜਾ ਕਨਿਸ਼ਕਾ ਜਹਾਜ਼ ਸੀਗਾ ਏਅਰ ਇੰਡੀਆ ਦਾ ਵੀ ਉਹ ਬੰਬ ਦੇ ਧਮਾਕੇ ਦੇ ਨਾਲ ਵੀ ਥੱਲੇ ਸੁੱਟਿਆ ਗਿਆ ਹੈ ਅਤੇ 329 ਬੰਦਾ ਜਿਹੜਾ ਆ ਵੀ ਉਹਦੇ ਵਿੱਚ ਮਰ ਗਿਆ ਹੈ ਉਸ ਜਹਾਜ਼ ਦੇ ਹਾਦਸੇ ਦੇ ਵਿੱਚ। ਅਤੇ ਜਿਹੜੀ ਹੋਰ ਕਹਿ ਲਓ ਵੀ ਹੈਰਾਨੀ ਵਾਲੀ ਗੱਲ ਆ ਵੀ ਇਹਦਾ ਇਲਜ਼ਾਮ ਜਿਹੜਾ ਆ ਵੀ ਉਹ ਸਿੱਖਾਂ ਦੇ ਉੱਤੇ ਹੀ ਲਾਇਆ ਗਿਆ ਜੀ। ਅਤੇ ਕਿਹਾ ਇਹ ਗਿਆ ਵੀ ਜਿਹੜੇ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਉਹਨਾਂ ਸਿੱਖਾਂ ਵੱਲੋਂ ਵੀ ਇਹ ਕੀਤਾ ਗਿਆ, ਪਰ ਇਹਦੇ ਵਿੱਚ ਮਰਨੇ ਵਾਲੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਵੀ ਬਹੁ ਗਿਣਤੀ ਜਿਹੜੀ ਆ ਉਹ ਸਿੱਖਾਂ ਦੀ ਹੀ ਸੀ। ਸੋ ਇਸ ਕਰਕੇ ਵੀ ਮਤਲਬ ਵੀ ਉਹ ਸਾਰਾ ਕੁਝ ਜਿਹੜਾ ਆ ਵੀ ਜਦੋਂ ਇਹ ਕਿਤਾਬ ਤੁਸੀਂ ਪੜ੍ਹਦੇ ਆ ਅਤੇ ਉਹ ਫਿਰ ਉਹ ਸਾਰੀ ਚੀਜ਼ ਦੀ ਸੈਂਸ ਬਣਨ ਲੱਗ ਪੈਂਦੀ ਆ ਵੀ ਇਹ ਕਾਲਾ ਮਾਲਾ ਜਿਹੜਾ ਆ ਵੀ ਇਹ 2 ਤੇ 2 5 ਅਤੇ 2 ਤੇ 2 7 ਜਿਹੜਾ ਵੀ ਕਿਵੇਂ ਕੀਤਾ ਜਾ ਰਿਹਾ ਹੈ। ਅਤੇ ਉਹ ਤਾਂ ਕਰਕੇ ਫਿਰ ਕਿਉਂਕਿ ਜਿਹੜੀਆਂ ਭਾਰਤੀ ਏਜੰਸੀਆਂ ਦੇ ਸੀਕਰੇਟ ਸੀਗੇ ਵੀ ਉਹ ਖੋਲ੍ਹੇ ਗਏ ਸੀਗੇ, ਇਸ ਕਰਕੇ ਉਹਨਾਂ ਨੇ ਕਿਤਾਬ ਜਿਹੜੀ ਆ ਵੀ ਅੱਜ ਤੱਕ ਵੀ ਇਹ ਕਿਤਾਬ ਇੰਡੀਆ 'ਚ ਬੈਨ ਆ ਜੀ। ਨਹੀਂ ਭਾਈ, ਇੱਕ ਗੱਲ ਇਹਦੇ ਵਿੱਚ ਮੈਂ ਥੋੜ੍ਹੀ ਜਿਹੀ ਐਡ ਕਰ ਦਿੰਦਾ ਹਾਂ, ਕਿਉਂਕਿ ਜਦੋਂ ਇਹ ਓਬਵੀਅਸਲੀ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਜਹਾਜ਼ ਉਡਾਇਆ ਹੈ ਕਿ ਸਿੱਖਾਂ ਦੇ ਦੁਸ਼ਮਣਾਂ ਵੱਲੋਂ। ਇਹੀ ਸਟੇਟਮੈਂਟ ਇਹਨੇ ਹਰਨੇਕ ਨੇ ਪਿਛਲੇ ਸਾਲ ਦਿੱਤੀ ਸੀਗੀ। ਉਹਨੇ ਲਿਖਿਆ ਸੀਗਾ ਪੋਸਟ ਪਾ ਕੇ ਕਿ ਅੱਜ ਦੇ ਦਿਨ 23 ਜੂਨ 1985 ਨੂੰ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਇਆ ਸੀ ਸਿੱਖਾਂ ਨੇ ਅਤੇ ਸਾਰੀ ਉਮਰ ਦਾ ਕਲੰਕ ਆਪਣੇ ਨਾਂ 'ਤੇ ਲਵਾਇਆ ਸੀ। RIP 329 ਉਹਨਾਂ ਮਰਨ ਵਾਲਿਆਂ ਲਈ। ਯਾਨੀ ਕਿ ਹੁਣ ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਆ ਕਿ ਜਿਹੜੇ ਹੱਕ ਦੇ ਵਿੱਚ ਅਪਗ੍ਰੇਡ ਆ ਕੇ ਬਹਿ ਰਹੇ ਆ, ਕਿਉਂਕਿ ਇਹ ਤਾਂ ਏਜੰਸੀਆਂ ਦੇ ਹੱਥ ਠੋਕੀ, ਹੁਣ ਕਿਸੇ ਤੋਂ ਲੁਕੀ ਰਹੀ ਨਹੀਂ ਗੱਲ। ਹੁਣ ਇਹ ਉਹਨਾਂ ਦੇ ਹੱਕ 'ਚ ਆ ਕੇ ਭੁਗਤ ਰਹੇ। ਇਹਦੇ ਤੋਂ ਕੱਲ੍ਹ ਕਲੀਅਰ ਹੁੰਦੀ ਜਾ ਰਹੀ ਹੈ ਕਿ ਇਹ ਜਿਹੜੀ ਖੇਡ ਆ ਕਿੱਥੋਂ ਖੇਡੀ ਜਾ ਰਹੀ ਹੈਗੀ ਹੈ। ਬਿਲਕੁਲ, ਕਿਉਂਕਿ ਆਪਾਂ ਅੱਗੇ ਵੀ ਜਿਹੜਾ ਹੈਗਾ ਨਾ ਵੀ ਜਿਹੜੀ ਪਹਿਲੀ ਪੌੜੀ ਆਉਂਦੀ ਆ ਜਪਜੀ ਸਾਹਿਬ ਦੀ ਜੀ, ਵੀ ਉਹਦਾ ਕਹਿ ਲਓ ਵੀ ਉਹਦੇ ਕੌਨਟੈਕਸਟ ਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਹੋਈ ਆ ਵੀ ਜਿਹੜੀਆਂ ਕਈ ਕਿਰਿਆਵਾਂ ਨੇ ਨਾ ਉਹ ਭਾਵੇਂ ਕੌਮੀ ਸਰੀਰ ਦੀਆਂ ਹੋਣ ਅਤੇ ਭਾਵੇਂ ਜਿਹੜੇ ਇੰਡੀਵਿਜੂਅਲ ਨੇ ਉਹ ਸਰੀਰ ਦੀਆਂ ਹੋਣ ਜੀ, ਵੀ ਉਹ ਕਿਰਿਆਵਾਂ ਜਿਹੜੀਆਂ ਨੇ ਵੀ ਉਹ ਮੁੜ ਕਰਨੀਆਂ ਪੈਂਦੀਆਂ। ਬਿਲਕੁਲ, ਜੇ ਸੋਚਣਾ ਹੋਵੇ, ਜੇ ਸੋਚੀ ਲਾ ਅਖਬਾਰ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਲਿਓ ਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ ਜੀ। ਸੋ ਉਹ ਜਿਹੜੀਆਂ ਕਿਰਿਆਵਾਂ ਨੇ ਇਹ ਵੀ ਜਿੱਦਾਂ ਵੀ ਉਹ ਕਹਿੰਦੇ ਵੀ ਜੇ ਚੁੱਪੈ ਚੁੱਪ ਨਾ ਹੋਵੇ ਵੀ ਜੇ ਤੁਸੀਂ ਜਿੰਨੀ ਮਰਜ਼ੀ ਸਮਾਧੀ ਲਾ ਕੇ ਬਹਿ ਜਾਓ, ਬਿਲਕੁਲ ਵੀ ਇਹ ਨਿਗਾ ਵੀ ਉਹ ਤੋਂ ਬਾਅਦ ਵੀ ਤੁਹਾਡੇ ਮਨ ਦੇ ਵਿੱਚ ਵੀ ਅਸ਼ਾਂਤੀ ਨਹੀਂ ਆਉਣੀ, ਉਥਲ ਪੁਥਲ ਨਹੀਂ ਹੋਣੀ। ਬਿਲਕੁਲ, ਉਹ ਕੁਛ ਵੀ ਆਲੇ ਦੁਆਲੇ ਵਾਪਰਿਆ, ਕੁਛ ਵੀ ਹੋਇਆ ਤਾਂ ਉਹ ਕੋਈ ਵੀ ਚੀਜ਼ ਜਿਹੜੀ ਆ ਉਹ ਤੁਹਾਡੇ ਮਨ ਦੇ ਵਿੱਚ ਉਥਲ ਪੁਥਲ ਪੈਦਾ ਕਰ ਸਕਦੀ ਹੈ। ਸੋ ਇਸ ਕਰਕੇ ਜਦੋਂ ਉਥਲ ਪੁਥਲ ਹੋਣੀ ਆ ਸਾਨੂੰ ਦੁਬਾਰ ਤੋਂ ਮਨ ਨੂੰ ਸ਼ਾਂਤ ਕਰਨਾ ਪੈਂਦਾ। ਬਿਲਕੁਲ, ਵੀ ਜੇ ਕਹਿ ਲਓ ਵੀ ਭੁੱਖ ਲੱਗੀ ਆ, ਇਹ ਨਿਗਾ ਵੀ ਤੁਸੀਂ ਇੱਕ ਵਾਰੀ ਆ ਰੱਜ ਕੇ ਤੁੰਨ ਲਿਆ ਢਿੱਡ ਨੂੰ, ਬਿਲਕੁਲ ਜੀ, ਉਹ ਤੋਂ ਬਾਅਦ ਤੁਹਾਨੂੰ ਭੁੱਖ ਨਹੀਂ ਲੱਗਣੀ ਵੀ ਉਹ ਦੁਬਾਰਾ ਭੁੱਖ ਲੱਗਣੀ ਆ। ਉਦੋਂ ਫਿਰ ਦੁਬਾਰਾ ਉਸ ਭੁੱਖ ਨੂੰ ਤੁਹਾਨੂੰ ਸ਼ਾਂਤ ਕਰਨਾ ਪੈਣਾ। ਬਿਲਕੁਲ ਜੀ, ਉਹ ਇਹੀ ਕੰਮ ਜਿਹੜਾ ਆ ਨਾ ਇਹ ਸਰਕਾਰੀ ਏਜੰਸੀਆਂ ਦੇ ਜਿਹੜੇ ਹੱਥ ਟੋਕੇ ਨੇ ਅਪਗ੍ਰੇਡ ਵਰਗੇ ਨਿੱਕੀ ਵਰਗੇ ਵੀ ਹੁਣ ਆਹ ਜਿਹੜੀ ਸਟੇਟਮੈਂਟ ਤੁਸੀਂ ਦੱਸੀ ਆ ਵੀ ਇਹ ਸਟੇਟਮੈਂਟ ਇਹਨਾਂ ਲਈ ਰਿਪੀਟ ਕਰਨੀ ਤਾਂ ਕਰਕੇ ਜ਼ਰੂਰੀ ਹੋ ਗਈ ਵੀ ਸਿੱਖਾਂ ਦੀ ਅਗਲੀ ਪੀੜ੍ਹੀ ਤਿਆਰ ਆ। ਬਿਲਕੁਲ, ਉਹ 1985-86 ਦਾ ਜਿਹੜਾ ਕਨਿਸ਼ਕਾ ਕਾਂਡ ਆ ਉਹਨੂੰ ਹੋਰ ਤਰ੍ਹਾਂ ਵੇਖ ਰਹੀ ਆ। ਇਸ ਕਰਕੇ ਵੀ ਆਹ ਜਿਹੜੀ ਸਟੇਟਮੈਂਟ
ਸਟੇਟਮੈਂਟ ਆ ਨੇਕੀ ਵੱਲੋਂ ਦੇ ਕੇ ਏਦਾਂ ਲਾ ਕੇ ਫੇਸਬੁੱਕ ਤੇ ਜਿੰਨੇ ਵਰਗਲਾ ਹੁੰਦੇ ਆ ਵਰਗਲਾ ਲਓ, ਕਿਉਂਕਿ ਉਹਨਾਂ ਦਾ ਪਰਪਸ ਇਹ ਆ ਵੀ 2 ਧੜੇ ਜਿਹੜੇ ਆ ਵੀ ਉਹ ਨਹੀਂ ਖਤਮ ਹੋਣ ਨਹੀਂ ਹੋਣ ਦੇਣੇ ਵੀ ਇੱਕ ਜਿਹੜਾ ਆ ਵੀ ਉਹ ਉਦਾਂ ਤੱਥਾਂ ਦੇ ਆਧਾਰ ਦੇ ਉੱਤੇ ਕਵੇ ਵੀ ਠੀਕ ਆ ਵੀ ਜੀ ਇਹ ਭਾਰਤੀ ਏਜੰਸੀਆਂ ਦਾ ਕੰਮ ਸੀਗਾ, ਪਰ ਦੂਆ ਧੜਾ ਜਿਹੜਾ ਆ ਵੀ ਇਹ ਕਹਿਣ ਵਾਲਾ ਵੀ ਇਹ ਸਿੱਖਾਂ ਨੇ ਕੀਤਾ ਸੀਗਾ, ਉਹ ਨਾ ਕਿਤੇ ਖਤਮ ਹੋ ਜਾਏ। ਬਿਲਕੁਲ, ਕਿਉਂਕਿ ਉਹ ਆਪਣਾ ਨੈਰੇਟਿਵ ਜਿਹੜਾ ਆ ਉਹ ਨਹੀਂ ਖਤਮ ਹੋਣ ਦੇਣਾ, ਨਹੀਂ ਹੋਣਾ ਚਾਹੁੰਦੇ। ਇਸ ਕਰਕੇ ਵੀ ਉਹ ਆਪਣਾ ਪੂਰੀ ਐਨ ਕਹਿ ਲੋ ਵੀ ਪੂਰੀ ਵਾਹ ਲਾਈ ਹੋਈ ਉਹਨਾਂ ਨੇ, ਔਰ ਮਤਲਬ ਐਨ ਸਿਸਟਮੈਟਿਕਲੀ ਰੈਗੂਲਰ ਤੌਰ ਦੇ ਉੱਤੇ ਪਲਾਨ ਦੇ ਮੁਤਾਬਕ, ਜਿਹਨੂੰ ਆਪਾਂ ਇੱਕ ਕੰਸਿਸਟੈਂਟ ਹੈਮਰਿੰਗ ਵੀ ਕਹਿ ਦਿੰਦੇ ਕਿ ਉਹ ਬਾਰ-ਬਾਰ ਕਰੀ ਜਾਣਾ, ਹੈਮਰਿੰਗ ਕਰੀ ਜਾਣੀ ਤਾਂ ਕਿ ਯਾਦਦਾਸ਼ਤ ਚੋਂ ਕਿਤੇ ਨਿਕਲ ਨਾ ਜਾਵੇ ਚੀਜ਼। ਤੇ ਇਹ ਤਾਂ ਵੈਸੇ ਵੀ ਕੋਈ ਮੌਕਾ ਨਹੀਂ ਛੱਡ ਦੇਣ ਕਿਤੇ ਕਿ ਜਿੱਥੇ ਅਸੀਂ ਸਿੱਖਾਂ ਖਿਲਾਫ ਭੁਗਤੀਏ, ਤੇ ਇਹ ਤਾਂ ਇਹਨਾਂ ਨੂੰ ਚਾਹੀਦੇ ਹੀ ਚਾਹੀਦੇ ਇਹੋ ਜਿਹੇ ਮੌਕੇ। ਹਾਂਜੀ ਭਾਜੀ। ਸੋ ਜਿਹੜਾ ਤੀਜਾ ਚੈਪਟਰ ਆ ਇਸ ਕਿਤਾਬ ਦਾ ਉਹ ਹੈਗਾ ਜੀ ਭਈ ਕਿਵੇਂ ਸਪੈਸੀਫਿਕ ਇਨਸੀਡੈਂਟ ਨੇ ਭਈ ਘਟਨਾਵਾਂ ਜਿਹੜੀਆਂ ਕੈਨੇਡਾ ਦੇ ਵਿੱਚ ਵਾਪਰੀਆਂ ਜੀ, ਤੇ ਜਿਨ੍ਹਾਂ ਦਾ ਉਹ ਫਿਰ ਵਿਖਿਆਨ ਕਰਕੇ ਤੇ ਇਹ ਸਾਬਤ ਕਰਦੇ ਨੇ ਵੀ ਕਿਵੇਂ ਭਾਰਤੀ ਏਜੰਸੀਆਂ, ਭਾਰਤ ਸਰਕਾਰ, ਭਾਰਤ ਦਾ ਜਿਹੜਾ ਹਾਈ ਕਮਿਸ਼ਨ ਸੀਗਾ ਵੀ ਉਹਦੇ ਰਾਹੀਂ ਤੇ ਉਹਦੇ ਜਿਹੜੇ ਕਰਿੰਦੇ ਸੀਗੇ ਉਹਨਾਂ ਰਾਹੀਂ ਵੀ ਉਹ ਕਿਵੇਂ ਇਹ ਸਾਰਾ ਜਿਹੜਾ ਕਰ ਆਇਆ ਵੀ ਇਹ ਸਿਰੇ ਚਾੜਨ ਦੇ ਜੀ, ਸਿੱਖਾਂ ਨੂੰ ਬਦਨਾਮ ਵੀ ਕਰ ਰਹੇ ਸੀ, ਸਿੱਖਾਂ ਰਾਹੀਂ ਹੀ ਕਰ ਰਹੇ ਸੀ, ਤੇ ਉਹ ਸਾਰਾ ਕੁਝ ਜਿਹੜਾ ਉਹ ਸਾਡੇ ਲਈ ਸਮਝਣਾ ਕੌਮੀ ਤੌਰ ਦੇ ਉੱਤੇ ਬਹੁਤ ਜ਼ਰੂਰੀ ਹੋ ਜਾਂਦਾ। ਤੇ ਉਹ ਜਿਹੜਾ ਇਹਦੇ ਵਿੱਚ ਮੁੱਖ ਕਿਰਦਾਰ ਜਿਹੜੇ ਪਿਛਲੀ ਵਾਰੀ ਆਪਾਂ ਤੀਜੇ ਚੈਪਟਰ 'ਚ ਪੜ੍ਹੇ ਸੀ ਉਹ ਸੀਗੇ ਫੌਜਾ ਸਿੰਘ ਬੈਂਸ ਜੀ, ਵੀ ਵਾਈਸ ਪ੍ਰੈਜ਼ੀਡੈਂਟ ਜਿਹੜਾ ਓਲਡ ਵੈਸਟਰਨ ਰੋਡ ਗੁਰਦੁਆਰਾ ਜਿਹੜਾ ਸੀ ਵੀ ਉਹਦਾ, ਤੇ ਦਾਰਾ ਸਿੰਘ ਬੈਂਸ ਦਾ ਪੁੱਤ ਸੀ ਇਹ ਜੀ, ਤੇ ਇਹਦੇ ਨਾਲ ਸੀਗਾ ਗੁਰਰਾਜ ਸਿੰਘ ਗਰੇਵਾਲ। ਤੇ ਇਹਨਾਂ ਨੇ ਮੁਜ਼ਾਹਰਾ ਕੀਤਾ, ਆਪੇ ਹੀ ਆਰਗੇਨਾਈਜ਼ ਕੀਤਾ ਮੁਜ਼ਾਹਰਾ ਤੇ ਉਹਦੇ ਸਾਹਮਣੇ ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਜੀ, ਤੇ ਉਹਦੇ ਵਿੱਚ ਆਪ ਹੀ ਗੋਲੀਆਂ ਚਲਾਤੀਆਂ। ਤੇ ਉਹ ਗੋਲੀਆਂ ਜਿਹੜੀਆਂ ਚੱਲੀਆਂ ਆ ਤੇ ਉਹਦੇ ਵਿੱਚ ਵੀ ਬੰਦੇ ਇੱਦਾਂ ਜਿਹੜੇ ਆ ਵੀ ਉਹ ਫੱਟੜ ਹੋਏ, ਤੇ ਜਿਹੜਾ ਪੁਲਿਸ ਵਾਲਾ ਸੀਗਾ ਫਰਨਾਂਡੇਜ਼ ਉਹ ਵੀ ਫੱਟੜ ਹੋਇਆ ਤੇ ਰਿਕਵਰ ਕਰ ਗਿਆ ਚਾਟੀ। ਤੇ ਉਹਦੇ ਬਾਰੇ ਫਿਰ ਉਹ ਇਹ ਕਹਿੰਦੇ ਆ ਵੀ ਫॉर ਡੇਜ਼ ਆਫਟਰਵਰਡਸ ਵੀ ਜਿਹੜਾ ਮੁਜ਼ਾਹਰਾ ਸੀਗਾ ਤੇ ਉਹਦੇ ਅੰਦਰ ਜਿਹੜੀਆਂ ਗੋਲੀਆਂ ਚੱਲੀਆਂ ਜੀ, ਵੀ ਉਹ ਤੋਂ ਦਿਨਾਂ ਤੱਕ ਬਾਅਦ ਵਿੱਚ ਵੀ ਦ ਡੈਮੋਨਸਟ੍ਰੇਸ਼ਨ ਐਂਡ ਦ ਰੀਜ਼ਨਸ ਬਿਹਾਈਂਡ ਇਟ ਵਰ ਲੋਸਟ ਇਨ ਹੈਡਲਾਈਨਸ। ਤੇ ਉਹ ਜਿਹੜੇ ਮਤਲਬ ਵੀ ਕਿਹੜਾ ਕਾਰਨਾਂ ਕਰਕੇ ਉਹ ਮੁਜ਼ਾਹਰਾ ਆਰਗੇਨਾਈਜ਼ ਕੀਤਾ ਗਿਆ ਸੀ ਤੇ ਉਹਦੇ ਵਿੱਚ ਵੀ ਕਾਰਨ ਜਿਹੜੇ ਮੁਜ਼ਾਹਰੇ ਦੇ ਵਿੱਚ ਸੀਗੇ ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਪਿੱਛੇ ਹੀ ਕਿਤੇ ਰਹਿ ਗਿਆ। ਜਿਹੜੀਆਂ ਹੈਡਲਾਈਨ ਸੀਗੀਆਂ ਉਹ ਇਹ ਚੀਕ ਕੇ ਕਹਿਣ ਲੱਗ ਪਈਆਂ ਵੀ ਲੋਸਟ ਇਨ ਹੈਡਲਾਈਨਸ ਸਕਰੀਮਿੰਗ ਵਰ ਸਿੱਖ ਸ਼ੂਟਿੰਗਸ ਰੈਂਡਮ ਔਰ ਐਟ ਟਾਰਗੇਟਸ ਪੁਲਿਸ ਆਰ ਆਸਕਿੰਗ। ਵੀ ਇੱਕ ਹੈਡਲਾਈਨ ਇਹ ਸੀਗੀ ਵੀ ਜਿਹੜੀਆਂ ਸਿੱਖਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜੀ ਵੀ ਉਹ ਐਵੇਂ ਹੀ ਹਵਾ 'ਚ ਹੀ ਸੀਗੀਆਂ, ਹਵਾਈ ਫਾਇਰ ਸੀਗੇ ਕਿ ਬਕਾਇਦਾ ਟਾਰਗੇਟ ਜਿਹੜੇ ਚੁਣ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੀ। ਤੇ ਇਹ ਪੁਲਿਸ ਅਖੇ ਵੀ ਇਹ ਸਵਾਲ ਕਰ ਰਹੀ ਆ, ਇਨਵੈਸਟੀਗੇਟ ਕਰ ਰਹੀ ਆ। The incident reinforced the impression that the Sikhs were a violent community, ਜੀ, a menace। ਬਈ ਇਹ ਸਿੱਖ ਜਿਹੜੇ ਆ ਵੀ ਇਹ ਹਿੰਸਾਵਾਦੀ ਨੇ ਤੇ ਸਾਰਿਆਂ ਲਈ ਵੀ ਖਤਰਾ ਨੇ। ਮਤਲਬ ਉਹਨਾਂ ਨੇ ਆਪਣਾ ਕੰਮ ਕਰ ਲਿਆ, ਉਹ ਭਾਰਤੀ ਏਜੰਸੀਆਂ ਦਾ ਜੋ ਟੀਚਾ ਸੀਗਾ ਵੀ ਉਹਨਾਂ ਨੇ ਉਹ ਪੂਰਾ ਕਰ ਲਿਆ, ਇੰਪ੍ਰੈਸ਼ਨ ਕ੍ਰੀਏਟ ਕਰਤਾ। ਹਾਂ, ਵੀ ਕਿਉਂਕਿ ਉਹਨਾਂ ਨੂੰ ਭਾਰਤੀ ਏਜੰਸੀਆਂ ਨੂੰ, ਭਾਰਤ ਸਰਕਾਰ ਨੂੰ ਡਰ ਇਸ ਗੱਲ ਦਾ ਆ ਵੀ ਜੇ ਸਿੱਖ ਕੁਛ ਕਹਿਣ ਜੀ ਤੇ ਗੋਰੇ ਤੇ ਹੋਰ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਨੇ ਵੀ ਉਹ ਉਹਨਾਂ ਨੂੰ ਸੀਰੀਅਸਲੀ ਜੇ ਲੈ ਲੈਂਦੇ ਆ ਤੇ ਇੰਡੀਆ ਲਈ ਖਤਰਾ ਬਣਦਾ, ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਤੇ ਜੇ ਉਹ ਸਿੱਖਾਂ ਨੂੰ ਹੀ ਗਲਤ ਨਜ਼ਰੀਏ ਨਾਲ ਵੇਖਣ ਲੱਗ ਪੈਂਦੇ ਆ, ਬਸ ਠੀਕ ਆ ਜੋ ਮਰਜ਼ੀ ਕਹੀ ਚਲੋ, ਕਿਸੇ ਨੇ ਧਿਆਨ ਨਹੀਂ ਦੇਣਾ, ਔਰ ਉਹ ਹੋਇਆ ਉਹੀ ਆ। So the plight of the Sikhs in Punjab received brief mention but was then ignored। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਤੇ ਇਹ ਸਾਨੂੰ ਧਿਆਨ 'ਚ ਰੱਖਣ ਵਾਲੀਆਂ ਆ ਵੀ ਜੇ ਏਜੰਸੀਆਂ ਕਰਦੀਆਂ ਨੇ ਇਹ ਕੰਮ ਤਾਂ ਉਹਦੇ ਪਿੱਛੇ ਟੀਚਾ ਕੀ ਹੁੰਦਾ ਉਹਨਾਂ ਦਾ। While the media remained preoccupied with the body count, how many arrested, how many charged, how many injured and so on, the police were looking at other things। ਯਾਨੀ ਕਿ ਵੀ ਜਿਹੜੀਆਂ ਅਖਬਾਰਾਂ ਤੇ ਹੋ ਰਿਹਾ ਵੀ ਜਿਹਦੇ ਰਾਹੀਂ ਜੀ ਵੀ ਉਹ ਜਿਹੜਾ ਮੁਜ਼ਾਹਰਾ ਸੀਗਾ ਉਹਦੇ ਕਾਰਨ ਕੀ ਨੇ, ਕਿਉਂ ਲੋਕੀ ਮੁਜ਼ਾਹਰੇ ਕਰ ਰਹੇ ਨੇ, ਜਿੱਦਾਂ ਕਿਸਾਨਾਂ ਵਾਲਾ ਜਿਹੜਾ ਮੁਜ਼ਾਹਰਾ ਆ ਬਿਲਕੁਲ ਵੀ ਉਹਦੇ ਵਿੱਚ ਵੀ ਕਿਉਂ ਕਿਸਾਨ ਜਿਹੜੇ ਨੇ ਵੀ ਉਹ ਵਿਰੋਧ ਕਰ ਰਹੇ ਨੇ, ਵਿਰੋਧ ਦੇ ਵਿੱਚ ਮੁਜ਼ਾਹਰੇ ਕਰ ਰਹੇ ਨੇ ਤੇ ਕਿਉਂ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਉਹਨਾਂ ਨੂੰ ਸਪੋਰਟ ਮਿਲ ਰਹੀ ਆ ਜੀ। ਉਹ ਕਾਰਨ ਅਖਬਾਰਾਂ ਦੇ ਵਿੱਚ ਤੇ ਜਿਹੜੀਆਂ ਕਹਿ ਲਓ ਵੀ ਓਪੀਨੀਅਨ ਮੇਕਰ ਨੇ ਟੀਵੀ ਦੇ ਉੱਤੇ ਡਿਸਕਸ਼ਨਾਂ ਤੇ ਹੋਰ ਉਹਨਾਂ ਦੇ ਵਿੱਚ ਨਾ ਜਾਣ, ਇਸ ਕਰਕੇ ਵੀ ਅਗਲਿਆਂ ਨੇ ਵੀ ਉਹ ਵਿੱਚ ਇਨਸੀਡੈਂਟ ਉਹੋ ਜਿਹੇ ਕਰਵਾਤੇ ਵੀ ਜਿਹੜੇ ਉਹ ਖਬਰ ਬਣ ਗਏ ਬਜਾਏ ਇਹਦੇ ਵੀ ਮੁਜ਼ਾਹਰਾ ਜਿਹੜਾ ਤੇ ਉਹਦੇ ਕਾਰਨ ਜਿਹੜੇ ਆ ਉਹ ਖਬਰ ਬਣਦੀ। ਸੋ ਇਸ ਕਰਕੇ ਵੀ ਉਹ ਕਹਿੰਦੇ ਵੀ ਮੀਡੀਆ ਦੇ ਵਿੱਚ ਤੇ ਇਹੀ ਰੌਲਾ ਉਹਨਾਂ ਨੇ ਪਾਈ ਰੱਖਿਆ ਭਈ ਕਿੰਨੇ ਬੰਦੇ ਜਿਹੜੇ ਆ ਵੀ ਉਹ ਹਿਰਾਸਤ ਦੇ ਵਿੱਚ ਆ ਗਏ ਆ, ਕਿੰਨਿਆਂ ਦੇ ਉੱਤੇ ਵੀ ਪੁਲਿਸ ਨੇ ਚਾਰਜ ਪਾਏ ਆ
ਤੇ ਕਿੰਨੇ ਜਿਹੜੇ ਆਪ ਹੀ ਗੋਲੀ ਦੇ ਵਿੱਚ ਜ਼ਖਮੀ ਹੋਏ ਜੀ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਸ ਉਹੀ ਉਹਨਾਂ ਨੇ ਜ਼ੋਰ ਲਾਇਆ ਲਾਇਆ ਪਰ ਪੁਲਿਸ ਜ਼ਰੂਰ ਵੀ ਬਾਕੀ ਜਿਹੜੇ ਪੱਖ ਸੀਗੇ ਵੀ ਉਹਨਾਂ ਦੀ ਤਹਿਕੀਕਾਤ ਜਿਹੜੀ ਆ ਵੀ ਉਹ ਕਰ ਰਹੀ ਜੀ to prove the criminal act of attempted murder they would have to establish a mens rea ਇਹ ਲੀਗਲ ਟਰਮ ਆ ਜੀ ਲੈਟਿਨ ਦੇ ਵਿੱਚੋਂ ਆਈ ਵੀ ਕ੍ਰਿਮੀਨਲ ਇੰਟੈਂਟ ਜਿਹੜਾ ਹੈਗਾ ਵੀ ਜੇ ਤੁਸੀਂ ਇਹ ਸਾਬਤ ਕਰਨਾ ਆ ਵੀ ਕਿਸੇ ਨੇ ਦਾ ਇਰਾਦਾ ਇੱਕ ਕਤਲ ਸੀਗਾ ਜੀ ਤੇ ਤੁਹਾਨੂੰ ਇਹ ਸਾਬਤ ਕਰਨਾ ਪੈਣਾ ਆ ਵੀ ਉਹਨਾਂ ਦਾ ਇਰਾਦਾ ਕਤਲ ਕਰਨੇ ਦਾ ਸੀਗਾ ਸੋ ਉਹ ਹੁਣ ਜਿਹੜਾ ਇਰਾਦਾ ਸਾਬਤ ਕਰਨਾ ਹੁੰਦਾ ਜੀ ਉਹਦੇ ਲਈ ਤੁਹਾਨੂੰ ਸਬੂਤ ਜਿਹੜੇ ਆ ਵੀ ਉਹ ਵੇਖੋ ਕਿੱਦਾਂ ਦੇ ਚਾਹੀਦੇ ਬਿਲਕੁਲ ਕਿਉਂਕਿ ਇਰਾਦਾ ਜਿਹੜਾ ਆ ਵੀ ਉਹ ਤੁਹਾਡੇ ਦਿਲ ਦੇ ਅੰਦਰ ਆ ਸੋ ਉਹਨੂੰ ਤੁਸੀਂ ਸਾਬਤ ਕਰਨਾ ਆ ਵੀ ਜਿੱਥੇ ਤੁਸੀਂ ਉਹ ਜਿਹੜਾ ਤੁਹਾਡੇ ਅੰਦਰ ਇਰਾਦਾ ਆ ਉਹਨੂੰ ਤੁਸੀਂ ਸ਼ਬਦਾਂ ਦੇ ਵਿੱਚ ਪਾਇਆ ਹੋਵੇ ਕਿਉਂਕਿ ਉਦੋਂ ਤੇ ਇਹ ਵੀ ਨਹੀਂ ਵੀ ਮੋਬਾਈਲ ਫੋਨ ਸੀਗੇ ਵੀ ਜਿਹਦੇ ਵਿੱਚ ਤੁਸੀਂ ਟੈਕਸਟ ਮੈਸੇਜ ਜਿਹੜੇ ਆ ਉਹ ਕਿਸੇ ਨੂੰ ਕੀਤਾ ਹੋਵੇ ਨਾ ਈਮੇਲਾਂ ਸੀਗੀਆਂ ਵੀ ਜਿਹਦੇ ਵਿੱਚ ਇਹ ਹੋਵੇ ਵੀ ਉਹਨਾਂ ਨੇ ਈਮੇਲ ਕੱਢ ਲਈ ਜੀ ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹਦੇ ਬਾਰੇ ਫਿਰ ਉਹ ਕਹਿੰਦੇ ਆ ਵੀ they would have to prove that the accused had formed the intention to appear at the demonstration with guns and to use them ਸੋ ਫਿਰ ਉਹਨਾਂ ਨੇ ਇਹ ਪੈਂਤਰਾ ਲਿਆ ਵੀ ਜਿਹੜੇ ਇਹ ਸਾਬਤ ਕਰਨਾ ਵੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜੀ ਵੀ ਮੁਲਜ਼ਮ ਜਿਹੜੇ ਆ ਵੀ ਉਹਨਾਂ ਦਾ ਇਰਾਦਾ ਹੀ ਇਹ ਸੀਗਾ ਵੀ ਉਹਨਾਂ ਨੇ ਪਲਾਨ ਦੇ ਅਧੀਨ ਵੀ ਬੰਦੂਕਾਂ ਦਾ ਬੰਦੋਬਸਤ ਕੀਤਾ ਤੇ ਮੁਜ਼ਾਹਰੇ ਦੇ ਵਿੱਚ ਜਾ ਕੇ ਤੇ ਗੋਲੀਆਂ ਚਲਾਉਣ ਦਾ ਜਿਹੜਾ ਆ ਵੀ ਉਹ ਇਰਾਦਾ ਜਿਹੜਾ ਉਹਨਾਂ ਦਾ ਪਹਿਲਾਂ ਦਾ ਬਣਿਆ ਸੀ ਤਾਂ ਕਰਕੇ ਉਹ ਉਹਦੇ ਵਿੱਚ ਮੁਜ਼ਾਹਰੇ ਦੇ ਵਿੱਚ ਆਏ ਬੰਦੂਕਾਂ ਦੇ ਨਾਲ As Fernandez and his partner probed deeper into the case, they pursued questions beyond the simple act of the shooting. So ਉਹ ਜਿੱਦਾਂ ਇਨਵੈਸਟੀਗੇਟ ਕਰੀ ਗਏ ਫਰਨਾਂਡੇਜ਼ ਇਹ ਵੀ ਇਹ ਵੀ ਉਹ ਜਿਹੜਾ ਈਸਟ ਇੰਡੀਅਨ ਵੀ ਇਹ ਭਾਰਤੀ ਮੂਲ ਦਾ ਸੀਗਾ ਜੀ ਤੇ ਉਹ ਜਿੱਦਾਂ ਆਖੇ ਵੀ ਇਨਵੈਸਟੀਗੇਟ ਕਰੀ ਗਏ ਉਹ ਹੋਰ ਜਿਹੜੇ ਕੁਐਸਚਨ ਸੀਗੇ ਵੀ ਸ਼ੂਟਿੰਗ ਤੋਂ ਇਲਾਵਾ ਵੀ ਗੋਲੀ ਚੱਲੀ ਕਿਉਂ ਚੱਲੀ ਇਹ ਤੋਂ ਇਲਾਵਾ ਉਹ ਹੋਰ ਡੂੰਘਾਈ ਦੇ ਵਿੱਚ ਜਾ ਕੇ ਹੋਰ ਕੁਐਸਚਨ ਜਿਹੜੇ ਸੀਗੇ ਵੀ ਸਵਾਲ ਵੀ ਉਹਨਾਂ ਉੱਤੇ ਕੰਮ ਕਰਨ ਲੱਗ ਪਏ ਜੀ Prominent among them was the question of whether there had been a threat from somewhere that had prompted protest organizers to arrive on the scene carrying guns. ਹੁਣ ਮਤਲਬ ਕਿੱਦਾਂ ਮੈਨੀਪੂਲੇਟ ਹੁੰਦਾ ਬਿਲਕੁਲ ਸੋ ਉਹਨਾਂ ਦੇ ਕੋਲੇ ਹੁਣ ਸਵਾਲ ਇਹ ਆ ਗਿਆ ਵੀ ਬੰਦੂਕਾਂ ਕਿਉਂ ਲੈ ਕੇ ਆਏ ਫਿਰ ਉਹਨਾਂ ਨੇ ਇਹ ਕਿਤੇ ਇਨਫੋਰਮੇਸ਼ਨ ਮਿਲੀ ਵੀ ਇਹ ਵੀ ਕਿਸੇ ਨੇ ਆਲਰੇਡੀ ਕੋਈ ਧਮਕੀ ਦਿੱਤੀ ਅੱਛਾ ਜੀ ਵੀ ਜਿਨ੍ਹਾਂ ਨੇ ਮੁਜ਼ਾਹਰਾ ਆਰਗੇਨਾਈਜ਼ ਕੀਤਾ ਹੈਗਾ ਵੀ ਉਹਨਾਂ ਨੂੰ ਕਿਤੇ ਉਹ ਧਮਕੀ ਮਿਲੀ ਠੀਕ ਹੈ ਜੀ ਜੇ ਇਸ ਧਮਕੀ ਦੇ ਜਵਾਬ ਦੇ ਵਿੱਚ ਵੀ ਉਹਨਾਂ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਬੰਦੂਕਾਂ ਲੈ ਕੇ ਚੱਲਦੇ ਹਾਂ ਵੀ ਤਾਂ ਕਿ ਵੀ ਜੇ ਉਹਦਾ ਧਮਕੀ ਦੇ ਰਿਹਾ ਆ ਕੀ ਧਮਕੀ ਆ ਉਹ ਗਾਂ ਦੱਸੂਗੇ ਵੀ ਜੇ ਕਿਸੇ ਨੇ ਧਮਕੀ ਦਿੱਤੀ ਆ ਵੀ ਉਹਦਾ ਜਵਾਬ ਦੇਣ ਲਈ ਵੀ ਸਾਡੇ ਕੋਲੇ ਹਥਿਆਰ ਹੋਣੇ ਚਾਹੀਦੇ ਆ ਸੋ ਤਾਂ ਕਰਕੇ ਮਤਲਬ ਵੀ ਬੰਦੂਕਾਂ ਜਿਹੜੀਆਂ ਆ ਵੀ ਉਹ ਸ਼ਾਇਦ ਉਹਨਾਂ ਨੇ ਕੈਰੀ ਕੀਤੀਆਂ Banks in interviews prior to the demonstration had stated that the other side had threatened to show up with guns. Therefore, so would he and his faction. ਜੀ ਯਾਨੀ ਕਿ ਵੀ ਮਤਲਬ ਵੀ ਇਹ ਹੁਣ ਇੱਥੋਂ ਇਹ ਵੀ ਪਤਾ ਲੱਗਦਾ ਵੀ ਕਿਉਂ ਉਹਨਾਂ ਨੇ ਵੀ ਜਿਹੜਾ ਉਹ ਸਮਰਾ ਸੀਗਾ ਉਹਨੂੰ ਡੈਮੋਨਸਟ੍ਰੇਸ਼ਨ ਤੋਂ ਬਾਹਰ ਰੱਖਿਆ ਕਿਉਂਕਿ ਉਹ ਕਲੇਮ ਕਰਦਾ ਸੀ ਵੀ ਮੈਂ ਖਾਲਿਸਤਾਨ ਦਾ ਵਿਰੋਧੀ ਹਾਂ ਜੀ ਜਿਹਨੇ ਆਰਗੇਨਾਈਜ਼ ਕੀਤਾ ਸੀ ਮੁਜ਼ਾਹਰਾ ਉਹ ਖਾਲਿਸਤਾਨ ਦਾ ਸਮਰਥਕ ਸੀਗਾ ਬਿਲਕੁਲ ਸੋ ਇਸ ਕਰਕੇ ਵੀ ਉਧਰੋਂ ਫਿਰ ਕਿਸੇ ਤੋਂ ਫੋਨ ਕਰਵਾਤਾ ਜਾਂ ਕਿਸੇ ਹੋਰ ਤਰੀਕੇ ਵੀ ਇਹ ਪਹੁੰਚਾਤਾ ਜਾਣਕਾਰੀ ਪਹੁੰਚਾਤੀ ਵੀ ਦੂਆ ਧੜਾ ਜਿਹੜਾ ਵਿਰੋਧੀਆਂ ਦਾ ਆ ਭਈ ਉਹ ਇਹ ਕਹਿ ਰਹੇ ਆ ਵੀ ਅਸੀਂ ਬੰਦੂਕਾਂ ਲੈ ਕੇ ਉੱਥੇ ਆ ਜਾਣਾ ਜੀ ਤੇ ਇਧਰੋਂ ਇਹਨਾਂ ਨੇ ਫੈਸਲਾ ਕਰ ਲਿਆ ਵੀ ਆ ਜਿਹੜਾ ਉਹ ਕਹਿੰਦੇ ਵੀ ਇਹ ਜਿਹੜਾ ਇਹ ਫੌਜਾ ਸਿੰਘ ਬੈਂਸ ਆ ਭਈ ਇਹਨੇ ਵੀ ਇਹ ਜਿਹੜੀਆਂ ਇੰਟਰਵਿਊ ਉਹਦੀਆਂ ਉਸ ਮੁਜ਼ਾਹਰੇ ਤੋਂ ਪਹਿਲਾਂ ਦੀਆਂ ਛਪੀਆਂ ਜਾਂ ਰਿਕਾਰਡ ਹੋਈਆਂ ਜੀ ਭਈ ਉਹਦੇ ਵਿੱਚ ਉਹ ਕਹਿ ਰਿਹਾ ਵੀ ਇਹ ਦੂਜੀ ਧਿਰ ਜਿਹੜੀ ਆ ਵੀ ਉਹ ਧਮਕੀਆਂ ਦੇ ਰਹੀ ਆ ਵੀ ਅਸੀਂ ਬੰਦੂਕਾਂ ਦੇ ਨਾਲ ਉੱਥੇ ਤੁਹਾਡੇ ਮੁਜ਼ਾਹਰੇ ਦੇ ਵਿੱਚ ਆਵਾਂਗੇ ਤੇ ਅਸੀਂ ਵੀ ਫਿਰ ਸਾਡਾ ਜਿਹੜਾ ਧੜਾ ਉਹਨੇ ਵੀ ਫੈਸਲਾ ਕਰ ਲਿਆ ਵੀ ਅਸੀਂ ਵੀ ਆਪਣੀਆਂ ਪਾਸਿਓਂ ਬੰਦੂਕਾਂ ਜਿਹੜੀਆਂ ਵੀ ਲੈ ਕੇ ਉੱਥੇ ਪਹੁੰਚਾਂਗੇ ਜੀ The other side was the pro-Indian Pepe Temple group. ਉਹ ਕਹਿੰਦੇ ਵੀ ਜਿਹੜੀ ਅਦਰ ਸਾਈਡ ਦੀ ਗੱਲ ਹੋ ਰਹੀ ਆ ਦੂਜੀ ਧਿਰ ਦੀ ਜੀ ਭਈ ਉਹ ਵੀ ਜਿਹੜਾ ਇਹ ਸਮਰੇ ਵਾਲਾ ਗਰੁੱਪ ਸੀਗਾ ਗੈਂਗ ਵੀ ਇਹ ਉਹਦੀ ਗੱਲ ਹੋ ਰਹੀ ਆ In the following weeks, it became clear to Fernandez that the counter demonstration that provoked the shootings had not been a spontaneous action. ਯਾਨੀ ਕਿ ਉਹ ਐਵੇਂ ਹੀ ਨਹੀਂ ਸੀਗਾ ਵੀ ਜਿਹੜੇ ਵਿਰੋਧੀ ਸੀਗੇ ਖਾਲਿਸਤਾਨ ਦੇ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇੱਦਾਂ ਖਾਲਿਸਤਾਨ ਦੇ ਹੱਕ ਦੇ ਵਿੱਚ ਕੋਈ ਮੁਜ਼ਾਹਰਾ ਹੋਣ ਲੱਗਿਆ ਤੇ ਉਹਨਾਂ ਨੇ ਉੱਥੇ ਹੀ ਖੜੇ ਪੈਰੀਂ ਫੈਸਲਾ ਕਰ ਲਿਆ ਵੀ ਠੀਕ ਆ ਵੀ ਅਸੀਂ ਇਹੋ ਜਿਹੇ ਜਿਹੜਾ ਮੁਜ਼ਾਹਰਾ ਉਹਦਾ ਵਿਰੋਧ ਕਰਾਂਗੇ ਉਹ ਕਹਿੰਦਾ ਵੀ ਉਹ ਸਪੌਂਟੇਨੀਅਸ ਨਹੀਂ ਸੀਗਾ On the contrary, the police information showed that the counter demonstration had been carefully orchestrated. ਜੀ
and the composers were housed on a foreign piece of land on the 22nd floor of the Bay building. ਯਾਨੀ ਕਿ ਵੀ ਉਹ ਕਹਿੰਦਾ ਵੀ ਇਹ ਵੀ ਇਨਫੋਰਮੇਸ਼ਨ ਉਹਨਾਂ ਕੋਲੇ ਪੁਲਿਸ ਕੋਲੇ ਇਹ ਪਹੁੰਚੀ ਵੀ ਜਿਹੜੇ ਮੁਜ਼ਾਹਰੇ ਦੇ ਵਿਰੋਧ ਦੇ ਵਿੱਚ ਮੁਜ਼ਾਹਰਾ ਕਰ ਰਹੇ ਸੀ ਵੀ ਸਮਰੇ ਦਾ ਗਰੁੱਪ ਜੀ, ਵੀ ਉਹਨਾਂ ਦਾ ਉਹ ਜਿਹੜਾ ਐਕਸ਼ਨ ਸੀਗਾ, ਜਿਹੜਾ ਕੰਮ ਸੀ ਵਿਰੋਧ ਦੇ ਵਿੱਚ ਮੁਜ਼ਾਹਰਾ ਕਰਨੇ ਦਾ, ਵੀ ਉਹ ਪੂਰੇ ਐਨ ਪਲਾਨ ਦੇ ਮੁਤਾਬਕ ਆਰਕੈਸਟਰੇਟ ਕੀਤਾ ਗਿਆ ਹੈ ਵੀ ਯਾਨੀ ਕਿ ਵੀ ਪੂਰਾ ਉਹਨਾਂ ਨੂੰ ਪਲਾਨ ਬਣਾ ਕੇ ਤੇ ਉਹਦੇ ਅਧੀਨ ਵੀ ਉਹਨਾਂ ਤੋਂ ਹਰੇਕ ਕੰਮ ਜਿਹੜਾ ਵੀ ਕਰਵਾਇਆ ਗਿਆ। ਤੇ ਉਹ ਹੁਣ ਜਿਹੜੀ ਆ ਸੈਂਟੈਂਸ ਇਹ ਧਿਆਨ ਦੇਣੇ ਵਾਲਾ, ਦ ਕੰਪੋਜ਼ਰਸ ਯਾਨੀ ਕਿ ਵੀ ਉਹ ਕਾਊਂਟਰ ਡੈਮੋਨਸਟ੍ਰੇਸ਼ਨ ਦੇ ਜਿਹੜੇ ਪਲੈਨਰ ਸੀਗੇ ਜੀ, ਵਰ ਹਾਊਸਡ ਔਨ ਅ ਫੋਰਨ ਪੀਸ ਆਫ ਲੈਂਡ on the 22nd floor of the Bay building। ਯਾਨੀ ਕਿ ਜਿਹੜੀ ਇਹਦਾ ਮਤਲਬ ਇਹ ਆ ਵੀ ਜੇ ਟੈਕਨੀਕਲੀ ਤੁਸੀਂ ਸਮਝਣਾ ਹੋਵੇ ਭਈ ਜਿਹੜੀ ਅੰਬੈਸੀ ਹੁੰਦੀ ਨਾ ਜੀ, ਉਹਨੂੰ ਉਸ ਮੁਲਕ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਵੀ ਜਿਹੜੇ ਮੁਲਕ ਦੇ ਵਿੱਚ ਉਹ ਅੰਬੈਸੀ ਹੁੰਦੀ ਆ ਜੀ, ਜਿੱਦਾਂ ਵੀ ਜਿਹੜੀ ਭਾਰਤ ਦੀ ਅੰਬੈਸੀ ਆ ਇੱਥੇ ਵੈਲਿੰਗਟਨ ਦੇ ਵਿੱਚ, ਜਦੋਂ ਉਹਦੇ ਉੱਤੇ ਭਾਰਤ ਦਾ ਝੰਡਾ ਝੂਲ ਗਿਆ ਜੀ, ਆਫ ਕੋਰਸ ਵੀ ਨਿਊਜ਼ੀਲੈਂਡ ਸਰਕਾਰ ਦੀ ਪਰਮਿਸ਼ਨ ਦੇ ਨਾਲ, ਵੀ ਜਦੋਂ ਉਹਨਾਂ ਨੇ ਕਹਿਤਾ ਵੀ ਹਾਂ ਠੀਕ ਆ ਵੀ ਆਹ ਜਿਹੜੀ ਬਿਲਡਿੰਗ ਹੈਗੀ ਆ ਵੀ ਅਸੀਂ ਮਨਜ਼ੂਰੀ ਦਿੰਦੇ ਆ ਵੀ ਤੁਸੀਂ ਇੱਥੇ ਆਪਣਾ ਜਿਹੜਾ ਦੂਤਾਵਾਸ ਆ ਵੀ ਅੰਬੈਸੀ ਜਿਹੜੀ ਆ ਵੀ ਉਹ ਤੁਸੀਂ ਬਣਾ ਸਕਦੇ, ਆਪਣਾ ਝੰਡਾ ਚਲਾ ਸਕਦੇ ਜੀ। ਤੇ ਉਹਦਾ ਮਤਲਬ ਇਹ ਹੁੰਦਾ ਵੀ ਉਹ ਜਿਹੜੇ ਥਾਂ ਹੈ ਨਾ ਜਿੱਥੇ ਝੰਡਾ ਉਹ ਝੂਲ ਰਿਹਾ ਜਾਂ ਜਿੱਥੇ ਅੰਬੈਸੀ ਆ ਜੀ, ਉਹਨੂੰ ਭਾਰਤ ਦੀ ਜਗ੍ਹਾ ਮੰਨਿਆ ਜਾਂਦਾ ਟੈਕਨੀਕਲੀ ਜੀ। ਤਾਂ ਕਰਕੇ ਉੱਥੇ ਨਾ ਨਿਊਜ਼ੀਲੈਂਡ ਦੀ ਪੁਲਿਸ ਵੜ ਸਕਦੀ ਆ, ਨਾ ਕੋਈ ਹੋਰ ਜਿਹੜਾ ਨਿਊਜ਼ੀਲੈਂਡ ਦਾ ਕਾਨੂੰਨ ਆ ਉਸ ਏਰੀਏ ਦੇ ਅੰਦਰ ਨਹੀਂ ਲੱਗ ਸਕਦਾ ਜੀ। ਸੋ ਉਹ ਤਾਂ ਕਰਕੇ ਉਹ ਕਹਿ ਰਹੇ ਆ ਵੀ ਦ ਕੰਪੋਜ਼ਰਸ ਵਰ ਹਾਊਸਡ ਔਨ ਅ ਫੋਰਨ ਪੀਸ ਆਫ ਲੈਂਡ ਔਨ ਦ 22nd ਫਲੋਰ ਆਫ ਦ ਬੇ ਬਿਲਡਿੰਗ ਜੀ। ਬੇ ਬਿਲਡਿੰਗ ਵੀ ਜਿਹਦੇ 22ਵੇਂ ਫਲੋਰ ਦੇ ਉੱਤੇ 22ਵੀਂ ਮੰਜ਼ਲ ਤੇ ਵੀ ਭਾਰਤ ਦਾ ਜਿਹੜਾ ਆ ਵੀ ਅੰਬੈਸੀ ਸੀ ਉਹਨੂੰ ਉਹ ਕਹਿ ਰਹੇ ਆ ਵੀ ਉੱਥੋਂ ਅਗੇ ਵੀ ਸਾਰਾ ਕੁਝ ਜਿਹੜਾ ਆ ਉਹ ਜਿਹੜੇ ਕਾਊਂਟਰ ਡੈਮੋਨਸਟ੍ਰੇਟਰ ਸੀਗੇ ਜੀ ਉਹ ਉਹਦੇ ਅੰਬੈਸੀ ਦੇ ਅੰਦਰ ਬੈਠੇ ਸੀਗੇ, ਉੱਥੋਂ ਨਿਕਲ ਕੇ ਉਹ ਥੱਲੇ ਜਿਹੜੇ ਆ ਵੀ ਉਹ ਆ ਕੇ ਤੇ ਵਿਰੋਧ ਦੇ ਵਿੱਚ ਉਹਨਾਂ ਨੇ ਵੀ ਆਪਣਾ ਜੋ ਐਕਸ਼ਨ ਕੀਤੇ ਉਹ ਕੀਤੇ ਜੀ। ਨਾਓ ਇਨ ਦਾ ਸਿਕਿਉਰਿਟੀ ਸਰਵਿਸ ਆਫਿਸ ਫਰਨਾਂਡੇਜ਼ ਐਂਡ ਹਿਸ ਪਾਰਟਨਰ ਕੇਮ ਟੂ ਦਾ ਪੁਆਇੰਟ। ਸੋ ਉਹ ਹੁਣ ਉਹ ਜਿਹੜਾ ਜਿੱਥੋਂ ਸ਼ੁਰੂ ਹੋਇਆ ਨਾ ਵੀ ਉਹ ਕਿਉਂਕਿ ਉਹ ਜਿਹੜੀ ਸਿਕਿਉਰਿਟੀ ਸਰਵਿਸ ਜਾਂ ਕੈਨੇਡਾ ਦੀ ਜਿਹੜੀ ਸੀਗੀ ਜਸੂਸੀ ਡਿਪਾਰਟਮੈਂਟ ਵੀ ਉਹਦੇ ਦਫ਼ਤਰ ਦੇ ਵਿੱਚ ਬੈਠੇ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਰਿਲੇਟ ਕਰ ਰਹੇ ਆ। ਤੇ ਹੁਣ ਉਹ ਕਹਿੰਦੇ ਵੀ ਜਿਹੜਾ ਉਹਨਾਂ ਦਾ ਮੇਨ ਪੁਆਇੰਟ ਸੀਗਾ ਫਰਨਾਂਡੇਜ਼ ਤੇ ਉਹਦੇ ਪਾਰਟਨਰ ਦਾ ਵੀ ਉਹਦੇ ਉੱਤੇ ਆਏ ਵੀ ਦ ਕਾਊਂਟਰ ਡੈਮੋਨਸਟ੍ਰੇਸ਼ਨ ਐਂਡ ਦ ਰਿਸਪੌਂਸ ਟੂ ਇਟ ਵਰ ਇਨਸਟੀਗੇਟਡ ਐਂਡ ਮੈਨੀਪੂਲੇਟਡ ਬਾਈ ਅ ਕੋਵਰਟ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਆਊਟ ਆਫ ਦ ਲੋਕਲ ਇੰਡੀਅਨ ਕੌਂਸੂਲੇਟ। ਸੋ ਉਹ ਕਹਿੰਦੇ ਵੀ ਸਾਡਾ ਉਰੇ ਤੁਹਾਡੇ ਨਾਲ ਆ ਕੇ ਵੀ ਜਿਹੜੀ ਟੌਪ ਦੀ ਜਸੂਸੀ ਏਜੰਸੀ ਆ ਕੈਨੇਡਾ ਦੀ ਵੀ ਉਹਨਾਂ ਦੇ ਨਾਲ ਪੁਲਿਸ ਵਾਲਿਆਂ ਦਾ ਆ ਕੇ ਗੱਲ ਕਰਨੇ ਦਾ ਮਤਲਬ ਇਹ ਆ ਭਈ ਸਾਡੇ ਕਹਿ ਲਓ ਵੀ ਪਾਵਰ ਤੋਂ ਬਾਹਰ ਦੀ ਗੱਲ ਆ ਭਈ ਅਸੀਂ ਉਹਨਾਂ ਨੂੰ ਹੱਥ ਨਹੀਂ ਪਾ ਸਕਦੇ ਭਈ ਉਹ ਜੋ ਕੁਛ ਹੋਇਆ ਆ ਉੱਥੇ ਇਨਸੀਡੈਂਟ ਵੀ ਗੋਲੀ ਚੱਲੀ ਆ ਫਰਨਾਂਡੇਜ਼ ਨੇ ਆਪਣੀ ਗੋਲੀ ਵੱਜੀ ਆ ਤੇ ਉਹਨੇ ਉਹ ਜਦੋਂ ਇਨਵੈਸਟੀਗੇਟ ਕੀਤਾ ਸਾਰਾ ਤੇ ਨਤੀਜਾ ਇਹ ਨਿਕਲਿਆ ਭਈ ਇਹ ਜੋ ਕੁਛ ਉੱਥੇ ਹੋਇਆ ਉਹ ਬਕਾਇਦਾ ਜਿਹੜਾ ਇੰਡੀਅਨ ਕੌਂਸੂਲੇਟ ਆ ਇੰਡੀਅਨ ਅੰਬੈਸੀ ਆ ਵੀ ਉਹਦੇ ਅੰਦਰੋਂ ਇੰਡੀਆ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਭਈ ਉਹਨਾਂ ਰਾਹੀਂ ਇਹ ਸਾਰਾ ਜਿਹੜਾ ਆਰਗੇਨਾਈਜ਼ ਕੀਤਾ ਗਿਆ। ਸੋ ਉਹਨਾਂ ਨੂੰ ਹੁਣ ਕਿੱਦਾਂ ਨਜਿੱਠਣਾ, ਕਿੱਦਾਂ ਉਹਨਾਂ ਨੂੰ ਅਕਾਊਂਟੇਬਲ ਬਣਾਉਣਾ, ਇਸ ਕਰਕੇ ਉਹ ਦੋਵੇਂ ਜਾ ਕੇ ਪੁਲਿਸ ਵਾਲੇ ਜਿਹੜੇ ਆ ਵੀ ਉਹ ਉੱਥੇ ਬੈਠੇ ਗੱਲ ਸਾਰੀ ਜਿਹੜੀ ਆ ਵੀ ਉਹ ਦੱਸਣ ਦਾ ਜੀ। So they asked the security service to launch a full-scale investigation into domestic interference in Canada by a foreign power. Interference that threatened the national security and well-being of Canada. ਬਿਲਕੁਲ। ਸੋ ਮਤਲਬ ਵੀ ਤੁਸੀਂ ਇਹ ਵੀ ਦੇਖੋ ਵੀ ਇਹ ਟਾਈਮ ਹੈਗਾ 82-83 ਦਾ। ਬਿਲਕੁਲ। ਭਈ ਜਦੋਂ ਅਜੇ ਤੱਕ ਵੀ ਪੰਜਾਬ ਦੇ ਵਿੱਚ ਨਾ ਦਰਬਾਰ ਸਾਹਿਬ ਵਾਲਾ ਹਮਲਾ ਹੋਇਆ ਆ ਜੀ, ਨਾ ਕੁਛ ਉਹ ਹੋਇਆ ਵੀ ਜਿਹਨੇ ਸਿੱਖਾਂ ਨੂੰ ਬਿਲਕੁਲ ਹੀ ਮਤਲਬ ਐਨ ਮਤਰਿਆਂ ਵਾਲਾ ਜਿਹੜਾ ਵਿਹਾਰ ਸੀਗਾ ਵੀ ਉਹ ਸੋਚਣ ਤੇ ਮਜਬੂਰ ਕਰ ਦਿੱਤਾ ਵੀ ਭਾਰਤ ਜਿਹੜਾ ਆ ਵੀ ਇਹ ਸਾਡਾ ਦੁਸ਼ਮਣ ਬਣਿਆ ਪਿਆ। ਬਿਲਕੁਲ। ਸੋ ਉਹਦੇ ਕੁਛ ਨਹੀਂ ਹੋਇਆ, ਉਹ ਤੋਂ ਪਹਿਲਾਂ ਆ ਸਾਰਾ ਕੁਝ ਜਿਹੜਾ ਆ ਵੀ ਇਹ ਭਾਰਤੀ ਏਜੰਸੀਆਂ ਵੱਲੋਂ ਕੀਤਾ ਜਾ ਰਿਹਾ ਹੈ। ਸੋ ਇਹ ਵੀ ਧਿਆਨ 'ਚ ਰੱਖਣੇ ਵਾਲੀ ਗੱਲ ਆ। ਹੁਣ ਉਹ ਤੋਂ ਬਾਅਦ ਫਿਰ ਇਹ ਹੋ ਜਾਂਦਾ ਵੀ ਜਿਹੜਾ ਕਹਿ ਲਓ ਵੀ ਜਦੋਂ ਆਪਾਂ ਜੇ ਕਨਿਸ਼ਕਾ ਨੂੰ ਸਮਝਣਾ ਹੋਵੇ ਵੀ ਫਿਰ ਕਨਿਸ਼ਕਾ ਕਿਉਂ ਹੋਇਆ ਜੀ, ਉਹ ਇੱਥੋਂ ਵੀ ਤੁਹਾਨੂੰ ਪਤਾ ਆਈਡੀਆ ਹੋ ਜਾਂਦਾ ਵੀ ਜਦੋਂ ਕੋਈ ਇਨਸੀਡੈਂਟ ਹੋਇਆ ਜਿਹ 'ਚ ਸਿੱਖ ਇਨਵੋਲਵ ਨੇ ਜੀ, ਇਹ ਜਿਹੜੇ ਪੁਲਿਸ ਵਾਲੇ ਨੇ ਉਹ ਸਿੱਖਾਂ ਨੂੰ ਕ੍ਰਿਮੀਨਲ ਵਜੋਂ ਨਹੀਂ ਦੇਖ ਰਹੇ। ਸੋ ਉਹਨਾਂ ਦਾ ਟੀਚਾ ਇਹ ਹੈ ਏਜੰਸੀਆਂ ਦਾ ਭਈ ਜਦੋਂ ਕੋਈ ਵੀ ਕਿਸੇ ਵੀ ਇਨਸੀਡੈਂਟ ਦੇ ਵਿੱਚ ਸਿੱਖ ਇਨਵੋਲਵ ਹੋਣ ਤੇ ਜਿਹੜੀ ਵੀ ਇਨਵੈਸਟੀਗੇਟਿਵ ਏਜੰਸੀ ਆ ਉਹ ਸਿੱਧਾ ਇਹ ਕਰੇ ਕਿ ਅੱਛਾ ਸਿੱਖ ਨੇ ਇਹਨਾਂ ਨੇ ਕੀਤਾ ਹੋਣਾ। ਇੱਕ ਮਾਈਂਡਸੈਟ ਕ੍ਰੀਏਟ ਕਰ ਰਹੇ ਹੋ ਜੀ ਦੁਨੀਆ ਦੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਜੀ। ਬਿਲਕੁਲ ਭਈ ਜਦੋਂ ਕਿਤੇ ਵੀ
ਅਗਲੇ ਸਿੱਖ ਨੂੰ ਵੇਖਣ, ਜਿੱਦਾਂ ਹੁਣ ਅੱਜ ਕੱਲ੍ਹ ਹੁੰਦਾ ਬਈ ਜੇ ਕੋਈ ਮੁਸਲਮਾਨ ਨੂੰ ਦੇਖਦੇ ਆ ਵੀ ਅੱਛਾ ਵੀ ਮੁਸਲਮਾਨ ਨੇ ਕੀਤਾ ਅੱਤਵਾਦੀ ਹੋਣੇ। ਬਿਲਕੁਲ ਸਹੀ ਗੱਲ ਹੈ। ਤੁਸੀਂ ਨਹੀਂ ਦੇਖਦੇ ਵੀ ਇਹ ਵੀ ਵਾਕਈ ਉਹਦੇ ਖਿਲਾਫ ਕੋਈ ਐਵੀਡੈਂਸ ਹੈਗਾ, ਸਹੀ ਗੱਲ ਬਈ ਉਹ ਉਦਾਂ ਹੀ ਕ੍ਰਿਮੀਨਲ ਆ ਕੋਈ ਵੀ ਜਿਹੜਾ ਹੈਪਨਸ ਟੂ ਬੀ ਅ ਮੁਸਲਿਮ, ਬਿਲਕੁਲ, ਕਿ ਮਤਲਬ ਵੀ ਕੋਈ ਹੋਰ ਕਾਰਨ ਆ ਵੀ ਉਹਦੇ ਉੱਤੇ ਸਿਰਫ ਇਲਜ਼ਾਮ ਹੀ ਲੱਗਾ ਆ ਵੀ ਕਿਸੇ ਕੋਰਟ ਦੇ ਵਿੱਚ ਉਹ ਕਹਿ ਲਓ ਵੀ ਗੁਨਾਹਗਾਰ ਸਾਬਤ ਨਹੀਂ ਹੋਇਆ। ਬਿਲਕੁਲ, ਪਰ ਉਹ ਤੁਹਾਡੇ ਦਿਮਾਗ ਦੇ ਵਿੱਚ ਸਿੱਧਾ ਹੀ ਇਹ ਆ ਜਾਂਦਾ ਵੀ ਅੱਛਾ ਮੁਸਲਮਾਨ ਆ ਵੀ ਇਹਨ ਕੀਤਾ ਹੋਣਾ, ਅੱਤਵਾਦੀ ਆ। ਉਹ ਮਾਈਂਡ ਸੈਟ ਉਦਾਂ ਦਾ ਕਰ ਮਾਈਂਡ ਸੈਟ ਕ੍ਰੀਏਟ ਕਰ ਦਿੱਤਾ ਗਿਆ। ਉਹ ਅਸਲ ਦੇ ਵਿੱਚ ਉਹ ਚਾਹੁੰਦੇ ਉਹ ਸਿੱਖਾਂ ਬਾਰੇ ਕਰ। ਬਿਲਕੁਲ। ਸੋ ਤਾਂ ਕਰਕੇ ਉਹ ਜਿਹੜਾ ਆ ਵੀ ਕਨਿਸ਼ਕਾ ਫਿਰ ਉਹ ਭੁਗਤਾਉਂਦੇ ਆ। The policeman's case did not revolve solely around the events of the Toronto demonstration। ਉਹ ਕਹਿੰਦੇ ਵੀ ਉਹ ਜੋ ਆਰਗੂ ਕਰ ਰਹੇ ਹੈਗੇ ਉੱਥੇ ਜਸੂਸੀ ਏਜੰਸੀ ਦੇ ਕੋਲ ਜਾ ਕੇ ਵੀ ਪੁਲਿਸ ਵਾਲੇ ਵੀ ਉਹ ਇਹ ਸਿਰਫ ਇਹ ਨਹੀਂ ਵੀ ਇੱਕ ਮੁਜ਼ਾਹਰੇ ਦੇ ਉੱਤੇ ਆਧਾਰਿਤ ਸੀਗਾ ਜੀ। Officers in the East Indian and Pakistani wing of the Metro Police Ethnic Relations Unit had been aware for some time of Indian government infiltration into the Sikh and Hindu communities in Toronto। ਜੀ। ਹੁਣ ਇੱਥੇ ਦੇਖੋ ਵੀ ਜੋ ਅੱਜ ਹੋ ਰਿਹਾ ਬਿਲਕੁਲ ਨਿਊਜ਼ੀਲੈਂਡ ਦੇ ਵਿੱਚ ਖਾਸ ਤੌਰ ਤੇ, ਬਾਕੀ ਆਪਣੇ ਆਪਣੇ ਮੁਲਕ 'ਚ ਦੇਖ ਲਓ ਭਈ ਜਿੰਨੀ ਇੰਟਰਫੇਰੈਂਸ ਤੇ ਮੈਨੀਪੂਲੇਸ਼ਨ ਸਿੱਖਾਂ ਦੀ ਹੋ ਰਹੀ ਆ, ਬਿਲਕੁਲ ਭਈ ਹੈਰਾਨੀ ਹੋਊਗੀ ਤੁਹਾਨੂੰ ਵੀ ਜਦੋਂ ਤੁਸੀਂ ਈਵਨ ਵੇਖਦੇ ਆ ਨਾ ਵੀ ਆਲੇ ਦੁਆਲੇ ਭਾਵੇਂ ਉਹ ਕੋਈ ਸਰਕਾਰੀ ਅਹੁਦੇ ਦੇ ਉੱਤੇ ਨਿਊਜ਼ੀਲੈਂਡ ਦੇ ਵਿੱਚ ਰਿਹਾ ਹੋਵੇ ਜੀ, ਭਾਵੇਂ ਉਹ ਕਿਸੇ ਵੀ ਤਰੀਕੇ ਦੀ ਪ੍ਰੋਮੀਨੈਂਟ ਪੋਜੀਸ਼ਨ ਦੇ ਉੱਤੇ ਹੋਵੇ, ਜਿੱਦਾਂ ਹੁਣ ਇੱਥੇ ਵੀ ਜਿੰਨੇ ਬੰਦਿਆਂ ਦੇ ਨਾਮ ਲਏ ਜਾ ਰਹੇ ਆ ਸੌਫਟ ਟਾਰਗੇਟ ਕਿਤਾਬ ਦੇ ਵਿੱਚ ਸਿੱਖਾਂ ਨੂੰ, ਉਹ ਕੋਈ ਫਲਾਣੇ ਗੁਰਦੁਆਰੇ ਦਾ ਪ੍ਰਧਾਨ ਆ, ਕੋਈ ਸੈਕਟਰੀ ਆ, ਕੋਈ ਖਜ਼ਾਨਚੀ ਆ ਜੀ। ਬਿਲਕੁਲ। ਤੇ ਇਦਾਂ ਹੀ ਤੁਸੀਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਲਾ ਲਓ। ਸਹੀ ਗੱਲ ਹੈ ਜੀ। ਭਈ ਕਿਸੇ ਵੀ ਗੁਰਦੁਆਰੇ ਦੇ ਕੋਈ ਵੀ ਆਫਿਸ ਬੇਅਰਰ ਜਿਹੜੇ ਆ ਭਈ ਉਹਨਾਂ ਵੱਲ ਤੁਸੀਂ ਧਿਆਨ ਕਰ ਲਓ ਵੀ ਮਤਲਬ ਵੀ ਤੁਹਾਨੂੰ ਗਰੰਟੀ ਆ ਭਈ 75 ਤੋਂ 80% ਜਿਹੜੇ ਬੰਦੇ ਆ ਵੀ ਉਹਨਾਂ ਦੇ ਬਕਾਇਦਾ ਐਨ ਵੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਭਾਰਤੀ ਏਜੰਸੀਆਂ ਜਾਂ ਹਾਈ ਕਮਿਸ਼ਨ ਜਾਂ ਉਹਨਾਂ ਦੇ ਜਿਹੜੇ ਹੱਥ ਠੋਕੇ ਨੇ ਵੀ ਉਹਨਾਂ ਦੇ ਗੁੱਠੇ ਦੇ ਥੱਲੇ ਆਏ ਹੋਏ। ਈਵਨ ਜਿਹੜਾ ਨੇਕੀ ਵਾਲਾ ਸਾਰਾ ਡਰਾਮਾ ਆ ਇਹ ਵੀ ਗੁਰਦੁਆਰੇ ਦੇ ਅੰਦਰੋਂ ਚੱਲ ਰਿਹਾ। ਬਿਲਕੁਲ। ਨੇਕੀ ਆਪ ਪ੍ਰਧਾਨ ਬਣਿਆ ਭਾਈ। ਬਿਲਕੁਲ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੀ ਮਤਲਬ ਉਹਨਾਂ ਨੂੰ ਨਹੀਂ ਫਰਕ ਪੈਂਦਾ ਵੀ ਕੀ ਹੋ ਰਿਹਾ, ਕਿਉਂਕਿ ਨੇਕੀ ਦਾ ਵੀ ਅਲਟੀਮੇਟਲੀ ਭਈ ਜਦੋਂ ਕਿਸੇ ਨੇ ਕਹਿਣਾ ਆ ਜੀ ਭਈ ਜੀ ਆਹ ਹੋਇਆ ਵੀ ਇੱਕ ਪਾਸੇ ਤੇ ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨਾ, ਬਿਲਕੁਲ ਸਿੱਖਾਂ ਨੇ ਜਦੋਂ ਕਾਊਂਟਰ ਕਰਨਾ ਆ ਵੀ ਇਹ ਬੰਦਾ ਆਹ ਕਰ ਰਿਹਾ, ਉਹਨਾਂ ਨੇ ਇਹ ਕਹਿਣਾ ਵੀ ਇਹ ਬੰਦਾ ਜੀ ਇਹ ਗੁਰਦੁਆਰੇ ਦਾ ਪ੍ਰਧਾਨ ਹੈ। ਬਿਲਕੁਲ। ਫਿਰ ਵੀ ਸਿੱਖਾਂ ਦੀ ਬੇਇੱਜ਼ਤੀ ਹੋ ਰਹੀ ਹੈ। ਸਿੱਖਾਂ ਦੀ ਬੇਇੱਜ਼ਤੀ ਹੋ ਰਹੀ। ਸਹੀ ਗੱਲ। ਸੋ ਮਤਲਬ ਵੀ ਕਿਸੇ ਵੀ ਪਾਸਿਓਂ ਉਹਨਾਂ ਨੇ ਤੁਹਾਨੂੰ ਬਚਣ ਨਹੀਂ ਦੇਣਾ। ਸਹੀ ਗੱਲ ਹੈ ਜੀ। ਭਈ ਜਿੰਨਾ ਵੀ ਨਜ਼ਲ ਆਇਆ ਜੋ ਵੀ ਕਾਲ ਲਿਖਿਆ ਉਹ ਸਾਰੀ ਦੀ ਸਾਰੀ ਸਿੱਖ ਕੌਮ ਦੇ ਉੱਤੇ ਹੀ ਡਿੱਗੂਗੀ। ਬਿਲਕੁਲ ਬਿਲਕੁਲ। ਉਹ ਚੀਜ਼ਾਂ ਜਿਹੜੀਆਂ ਵੀ ਉਹਨਾਂ ਨੂੰ ਸਾਨੂੰ ਵੀ ਬਹੁਤ ਧਿਆਨ ਦੇ ਨਾਲ। ਔਰ ਜਦੋਂ ਤੁਸੀਂ ਭਾਈ ਇਹਦੇ ਜੋ ਵਾਲੇ ਇਨਸੀਡੈਂਟਸ ਵੀ ਦੇਖਦੇ ਆ ਜਿਹਦੇ ਵਿੱਚ ਇਹਨੇ ਬੜੇ ਨੀਵੇਂ ਪੱਧਰ ਤੇ ਜਾ ਕੇ ਬੀਬੀਆਂ ਬਾਰੇ ਬਕਵਾਸ ਕੀਤੀ, ਜਦੋਂ BSA ਕੋ ਗਿਆ ਉਹ ਅਖਬਾਰ 'ਚ ਵੀ ਛਪਿਆ ਤੇ ਉਹਦੇ ਵਿੱਚ ਸਿੱਖ ਹੀ ਬਦਨਾਮ ਹੋ ਰਿਹਾ ਐਕਚੁਅਲ ਤੇ ਕਿ ਭਾਈ ਇਹ ਆਪਣੀ ਬੀਬੀਆਂ ਨੂੰ ਇਦਾਂ ਗੱਲ ਕਰਦੇ ਆ, ਇਹਨਾਂ ਦੇ ਸਮਾਜ 'ਚ ਇਦਾਂ ਉਹਨਾਂ ਨੂੰ ਕੀਤਾ ਜਾਂਦਾ, ਇਦਾਂ ਬੋਲਿਆ ਜਾਂਦਾ, ਬੇਇੱਜ਼ਤ ਕੀਤਾ ਜਾਂਦਾ ਹੈਗਾ ਤੇ ਉਹਦੇ ਵਿੱਚ ਵੀ ਸਿੱਖ ਹੀ ਬਦਨਾਮ ਹੋ ਰਹੇ ਹੈਗੇ। ਤੇ ਇਹ ਸਹੀ ਗੱਲ ਹੈ, ਬੜਾ ਗਿਣਿਆ ਮਿੱਥਿਆ ਇਹਨਾਂ ਦਾ ਟੀਚਾ ਹੈਗਾ ਕਿ ਸਿੱਖਾਂ ਨੂੰ ਕਿਸੇ ਵੀ ਪਾਸਿਓਂ ਛੱਡਣਾ ਨਹੀਂ ਬਸ ਜੀ। ਤੇ ਉਹ ਅੱਗੇ ਫਿਰ ਲਿਖਦੇ ਨੇ ਵੀ ਦਾ ਮੂਵਸ ਐਸਕੇਲੇਟਡ ਐਜ਼ ਦਾ ਪੋਲੀਟੀਕਲ ਕਲਾਈਮੇਟ ਇਨ ਪੰਜਾਬ ਵਰਸਨਡ। ਵੀ ਜਿੱਦਾਂ ਜਿੱਦਾਂ ਪੰਜਾਬ ਦੇ ਵਿੱਚ ਸਿਚੁਏਸ਼ਨ ਜਿਹੜੀ ਆ ਵੀ ਹਾਲਾਤ ਵਿਗੜਦੇ ਗਏ ਜੀ। ਇਹ 1984 ਤੋਂ ਪਹਿਲਾਂ ਦੀਆਂ ਗੱਲਾਂ ਨੇ ਵੀ ਉੱਦਾਂ ਹੀ ਵੀ ਜਿਹੜੀਆਂ ਭਾਰਤੀ ਏਜੰਸੀਆਂ ਦੀਆਂ ਚਾਲਾਂ ਸੀਗੀਆਂ ਉਹ ਵੀ ਅਖੇ ਵੀ ਹੋਰ ਤੇਜ਼ ਹੁੰਦੀਆਂ ਗਈਆਂ ਕੈਨੇਡਾ ਦੇ ਵਿੱਚ। Ethnic squad officers had come across several Sikhs who were being paid by the Indians to monitor activities of other Sikhs, especially the pro-Khalistanis। ਹੁਣ ਤੁਸੀਂ ਇਹ ਵੇਖੋ ਭਈ ਉਹ ਜਿਹੜਾ ਖਾਲਿਸਤਾਨ ਵਾਲਾ ਸਾਰਾ ਹੈਗਾ ਆ ਧੜਾ ਜੀ, ਉਹਦਾ ਮੁਖੀ ਹੈਗਾ ਜਗਜੀਤ ਚੌਹਾਨ, ਜਿਹੜਾ ਆਪ ਸਰਕਾਰੀ ਆ। ਉਹ ਤੋਂ ਬਾਅਦ ਫਿਰ ਵੀ ਜਿੱਦਾਂ ਜਾਲ ਵਿਛਾਇਆ ਗਿਆ ਨਾ, ਜਿਹੜਾ ਜਾਲ 'ਚ ਆ ਕੇ ਭੋਲਾ ਪੰਛੀ ਫਸੀ ਜਾਂਦਾ ਆ ਜੀ, ਉਹਦੇ ਦੁਆਲੇ ਫਿਰ ਵੀ ਹੋਰ ਬੰਦੇ ਜਿਹੜੇ ਆ ਵੀ ਉੱਥੇ ਜਿਨ੍ਹਾਂ ਨੂੰ ਪੈਸੇ ਦੇ ਕੇ ਤੇ ਸਰਕਾਰ ਜਿਹੜੀ ਆ ਵੀ ਉਹਨਾਂ ਤੋਂ ਸੂਹਾਂ ਲੈ ਰਹੀ ਆ, ਬਿਲਕੁਲ ਵੀ ਉਹਨਾਂ ਨੂੰ ਬਿਠਾਇਆ ਹੋਇਆ ਵੀ ਹੁਣ ਤੁਸੀਂ ਧਿਆਨ ਰੱਖਣਾ ਆ ਵੀ ਆਹ ਬੰਦੇ ਦੇ ਬਾਰੇ ਜਾਣਕਾਰੀ ਰੱਖਿਓ ਤੇ ਆਹ ਬੰਦੇ ਦੇ ਬਾਰੇ ਰੱਖਿਓ। ਬਿਲਕੁਲ। ਉਹ ਜਿਹੜੀ ਜਾਣਕਾਰੀ ਇਕੱਠੀ ਕਰਦੇ ਆ ਜੀ, ਉਹਦਾ ਟੀਚਾ ਸਿਰਫ ਇਹ ਨਹੀਂ ਹੁੰਦਾ ਵੀ ਉਹਨਾਂ ਨੇ ਇਹ ਦੇਖਣਾ ਵੀ ਅੱਛਾ ਵੀ ਇਹ ਖਾਲਿਸਤਾਨ ਦਾ ਸਮਰਥਕ ਆ ਪਰ ਇਹ ਸਾਡਾ ਬੰਦਾ ਨੀਗਾ ਤੇ ਇਸ ਕਰਕੇ ਇਹਦਾ ਮਤਲਬ ਵੀ ਇਹ ਜੈਨੂਇਨਲੀ ਖਾਲਿਸਤਾਨ ਚਾਹੁੰਦਾ ਆ, ਸੋ ਇਹ ਤੋਂ ਕੋਈ ਖਤਰਾ ਆ। ਦੂਜਾ ਜਿਹੜਾ ਖਤਰਾ ਉਸ ਬੰਦੇ ਨੂੰ ਆ, ਬਿਲਕੁਲ ਉਹਨੂੰ ਇਹ ਆ ਵੀ ਇਹ ਤੇ ਭਾਰਤੀ ਏਜੰਸੀਆਂ ਤੁਸੀਂ ਜੇ ਇਹ ਅੰਦਾਜ਼ਾ ਲਾਉਣੇ ਵੀ ਉਹ ਤਾਂ ਕਰਕੇ ਨਜ਼ਰ ਰੱਖ ਰਹੀਆਂ ਵੀ ਭਾਈ ਵੀ ਉਹਨਾਂ ਨੂੰ ਉਹ ਤੋਂ ਖਤਰਾ ਹੋ ਸਕਦਾ ਜੀ। ਮੰਨ ਲਓ ਠੀਕ ਆ ਸੰਭਾਵਨਾ ਹੈਗੀ, ਪਰ ਜਿਹੜੀ ਦੂਜੀ ਹੋਰ ਖਤਰਨਾਕ ਸੰਭਾਵਨਾ ਹੈ ਭਈ ਜਦੋਂ ਭਾਰਤੀ ਏਜੰਸੀਆਂ ਨੇ ਕੋਈ ਆਪਣੀ ਚਾਲ ਚੱਲਣੀ ਆ ਜੀ,
ਵੀ ਜਿੱਦਾਂ ਵੀ ਕਨਿਸ਼ਕਾ ਦੇ ਵਿੱਚ ਬੰਬ ਰੱਖਿਆ ਆ ਜਾਂ ਕੋਈ ਹੋਰ ਜਿਹੜਾ ਆ ਵੀ ਗੋਲੀ ਚਲਾਈ ਆ ਕਿਤੇ ਜੀ ਜਾਂ ਕੁਛ ਕੀਤਾ, ਉਹਨਾਂ ਨੂੰ ਉਹ ਬੰਦੇ ਚਾਹੀਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਮੋਹਰਿਆਂ ਵਜੋਂ ਅੱਗੇ ਕਰਨਾ ਹੈ। ਬਿਲਕੁਲ। ਹੁਣ ਉਹ ਜਦੋਂ ਉਹਨਾਂ ਦੇ ਕੋਲੇ ਸਾਰੇ ਲਿਸਟਾਂ ਪਈਆਂ ਹੋਈਆਂ ਆ ਵੀ ਆਹ ਬੰਦਾ ਵੀ ਫਲਾਨੀ ਮੀਟਿੰਗ ਦੇ ਵਿੱਚ ਖਾਲਿਸਤਾਨ ਦੇ ਹੱਕ ਦੇ ਵਿੱਚ ਸੀਗਾ, ਆਹ ਬੰਦਾ ਵੀ ਇਹਨੇ ਸਟੇਟਮੈਂਟ ਦਿੱਤੀ ਆ ਵੀ ਇਹ ਵੀ ਸਾਨੂੰ ਹਥਿਆਰ ਚੱਕਣੇ ਚਾਹੀਦੇ ਆ ਵੀ ਖਾਲਿਸਤਾਨ ਲੈਣੇ ਲਈ, ਜਾਂ ਉੱਦਾਂ ਦਾ ਮਤਲਬ ਵੀ ਜਿਹੜਾ ਪਬਲਿਕ ਦੀਆਂ ਨਜ਼ਰਾਂ ਦੇ ਵਿੱਚ ਹੈਗਾ ਵੀ ਇਹ ਬੰਦਾ ਖਾਲਿਸਤਾਨ ਦਾ ਸਮਰਥਕ ਹੈ। ਹੁਣ ਜਦੋਂ ਉਹਦੇ ਉੱਤੇ ਇਲਜ਼ਾਮ ਲੱਗਿਆ ਜੀ ਵੀ ਇਹਨੇ ਜਾ ਕੇ ਦੇਖੇ ਫਲਾਨੀ ਥਾਂ ਤੇ ਬੰਬ ਰੱਖ ਦਿੱਤਾ ਜਾਂ ਇਹਨੇ ਜਾ ਕੇ ਫਲਾਨੀ ਥਾਂ ਤੇ ਗੋਲੀ ਚਲਾਤੀ, ਬਿਲਕੁਲ ਜਿਹੜੇ ਆਮ ਬੰਦੇ ਆ ਉਹਨਾਂ ਨੇ ਯਕੀਨ ਕਰ ਲੈਣਾ, ਯਕੀਨ ਆਰਾਮ ਨਾਲ ਕਰ ਲੈਣਾ। ਜਦੋਂ ਪੁਲਿਸ ਨੇ ਇਨਵੈਸਟੀਗੇਟ ਕਰਨਾ ਆ, ਮੇਰੇ ਵਰਗੇ ਨੇ ਜਾ ਕੇ ਕਹਿ ਦੇਣਾ ਵੀ ਹਾਂਜੀ ਠੀਕ ਆ ਜੀ ਵੀ ਮੈਂ ਫਲਾਨੀ ਥਾਂ ਦੇ ਉੱਤੇ ਵੀ ਮੇਰੇ ਨਾਲ ਵੀ ਇਹਦੀ ਗੱਲ ਹੋਈ ਸੀ ਤੇ ਇਹਨੇ ਇਦਾਂ ਕਿਹਾ ਸੀਗਾ ਜੀ, ਮੈਂ ਭਾਵੇਂ ਸੱਚ ਹੀ ਬੋਲ ਰਿਹਾ ਪਰ ਮੈਨੂੰ ਇਹ ਨਹੀਂ ਪਤਾ ਹੈਗਾ ਵੀ ਉਹ ਬੰਦੇ ਨੇ ਜਿਹੜਾ ਆ ਕਿਹਾ ਆ ਇਦਾਂ ਵੀ ਉਹ ਮੈਨੀਪੂਲੇਟ ਹੋਇਆ ਕੀ ਹੋਇਆ। ਸਹੀ ਗੱਲ ਹੈ। ਸੋ ਮਤਲਬ ਵੀ ਗਵਾਹੀਆਂ ਵੀ ਪੈ ਜਾਣੀਆਂ, ਗਵਾਹੀਆਂ ਵੀ ਸੱਚੀਆਂ ਹੋਣੀਆਂ ਬੜੇ ਤਰੀਕੇ ਨਾਲ, ਬਹੁਤ ਤਰੀਕੇ ਦੇ ਨਾਲ, ਮਤਲਬ ਵੀ ਉਹ ਮੈਨੀਪੂਲੇਟ ਹਰੇਕ ਸਾਰੀ ਸਿਚੁਏਸ਼ਨ ਨੂੰ ਕਰਕੇ ਵੀ ਤੁਹਾਨੂੰ ਉਹ ਕਿੱਦਾਂ ਉਹਨਾਂ ਨੇ ਇੱਕ ਇੰਡੀਪੈਂਡੈਂਟ ਇੰਡੀਵਿਜੂਅਲ ਤੋਂ ਇੱਕ ਮੋਹਰੇ 'ਚ ਤਬਦੀਲ ਕਰ ਦਿੱਤਾ, ਬਿਲਕੁਲ ਉਹ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ। ਤਾਂ ਕਰਕੇ ਵੀ ਇਹ ਸਾਰਾ ਜਿਹੜਾ ਕਹਿ ਲਓ ਵੀ ਸਿਸਟਮ ਹੈ ਨਾ ਬਹੁਤ ਖਤਰਨਾਕ ਆ। ਇਸੇ ਕਰਕੇ ਹੀ ਆਪਾਂ ਵੀ ਜਿਹੜੇ ਇਹ ਖੱਪ ਗ੍ਰੇਡ ਆ ਜਾਂ ਰੇਡੀਓ ਵਿਰਸੇ ਵਾਲੇ ਆ ਵੀ ਇਹਨਾਂ ਨੂੰ ਵੀ ਆਪਾਂ ਪਿਛਲੇ ਸਾਲਾਂ ਦੇ ਵਿੱਚ ਸਲਾਹਾਂ ਦਿੰਦੇ ਰਹੇ ਹਾਂ ਵੀ ਭਾਈ ਵੀ ਤੁਹਾਨੂੰ ਪਤਾ ਨਿਗਾ ਵੀ ਤੁਸੀਂ ਤਾਂ ਮੋਹਰਿਆਂ ਦੇ ਮੋਹਰੇ ਬਣੇ ਹੋਏ ਆ। ਬਿਲਕੁਲ ਬਿਲਕੁਲ। ਮਤਲਬ ਇਹ ਵੀ ਨਿਗਾ ਵੀ ਖਿਡਾਰੀ ਜਿਹੜਾ ਆ ਵੀ ਤੁਸੀਂ ਕਹੋ ਵੀ ਉਹ ਖਿਡਾਰੀ ਦੀ ਜਿਹੜੀ ਖੇਡ ਆ ਨਾ ਮੇਨ ਦੀ ਵੀ ਅਸੀਂ ਉਹਦੇ ਵਿੱਚ ਵਜ਼ੀਰ ਆ ਭਾਈ ਤੁਸੀਂ ਤੇ ਤੁਹਾਡੀ ਔਕਾਤ ਵੀ ਉਹ ਜਿਹੜਾ ਢੱਡਰੀਆਂ ਵਾਲਾ ਵੀ ਉਹ ਖੇ ਵੀ ਮੋਹਰਿਆਂ ਦਾ ਮੋਹਰਾ ਆ। ਬਿਲਕੁਲ। ਤੇ ਤੁਸੀਂ ਉਸ ਮੋਹਰੇ ਦੇ ਗਾਂ ਮੋਹਰੇ ਆ ਤਾਂ ਔਕਾਤ ਕੀ ਹੈ ਤੁਹਾਡੀ। ਬਿਲਕੁਲ। ਔਰ ਉਹੀ ਗੱਲ ਆ ਫਿਰ ਜਦੋਂ ਅਖੇ ਵੀ ਉਹ ਮੋਹਰਾ ਜਿਹੜਾ ਆ ਵੀ ਅਖੇ ਵੀ ਇੱਕ ਵੀ ਉਹਨੂੰ ਅਖੇ ਵੀ ਜੇ ਉਹਨਾਂ ਨੂੰ ਲੱਗਦਾ ਵੀ ਹਾਂ ਇਹਦੇ ਉੱਤੇ ਜੇ ਹਮਲਾ ਹੋਇਆ ਹੋਵੇ ਵੀ ਜਾਂ ਇਹਨੂੰ ਵੀ ਏਦਾਂ ਫਿਰ ਸਵਾਦ ਆ ਜਾਊਗਾ ਵੀ ਸਾਡੀ ਆਹ ਜਿਹੜੀ ਚਾਲ ਹੈਗੀ ਆ ਵੀ ਜੀ ਇਹਨੇ ਕਿਸਾਨਾਂ ਦਾ ਵਿਰੋਧ ਕੀਤਾ ਸੀ ਤਾਂ ਕਰਕੇ ਇਹਨੂੰ ਮਾਰਨ ਲੱਗ ਪਏ, ਇਸ ਕਰਕੇ ਕਿਸਾਨਾਂ ਵਾਲੇ ਜਿਹੜੇ ਆ ਵੀ ਉਹ ਅਸੀਂ ਤਾਂ ਕਰਕੇ ਕਹਿੰਦੇ ਵੀ ਅੱਤਵਾਦੀ ਨੇ ਵੀ ਇਹ ਖਾਲਿਸਤਾਨੀ ਨੇ ਜਾਂ ਇਹ ਹਿੰਸਾਵਾਦੀ ਨੇ। ਸੋ ਉਦਾਂ ਹੀ ਅਖੇ ਵੀ ਉਹ ਫਿਰ ਇਹ ਵੀ ਅਖੇ ਵੀ ਨਾਲੇ ਸਿੱਖਾਂ ਦੀ ਬਦਨਾਮੀ ਹੋ ਜੂ ਵੀ ਸਿੱਖ ਤਾਂ ਜੀ ਹੈ ਹੀ ਹਿੰਸਾਵਾਦੀ। ਸੋ ਹਰੇਕ ਪੱਖ ਜਿਹੜਾ ਆ ਵੀ ਉਹ ਇਸ ਹਿਸਾਬ ਦੇ ਨਾਲ ਜੁੜ ਕੇ ਤੇ ਮਤਲਬ ਵੀ ਉਹ ਤੁਹਾਨੂੰ ਟੀਚਾ ਜਿਹੜਾ ਦੁਸ਼ਮਣ ਦਾ ਆ ਉਹ ਸਮਝਾਉਣੇ ਦੇ ਵਿੱਚ ਵੀ ਹੁੰਦਾ। ਫਿਰ ਜਿਹੜਾ ਆਹ ਗੱਲ ਉਹ ਕਹਿੰਦੇ ਨੇ ਵੀ ethnic squad officers had come across several Sikhs who were being paid by the Indian agencies to monitor activities of other Sikhs. ਜੀ। ਸੋ ਉਹੀ ਚੀਜ਼ ਜਿਹੜੀ ਆ ਵੀ ਉਹ 'ਚ ਉਹ ਜੋੜ ਲਓ ਵੀ ਜਰਮਨੀ ਦੇ ਵਿੱਚ ਆ ਹੁਣੇ ਜਿਹੜਾ ਰੀਸੈਂਟਲੀ ਉਹਨਾਂ ਨੇ ਜੋੜਾ ਫੜਿਆ ਹੈਗਾ ਵੀ ਉਹਨਾਂ ਨੂੰ ਅਖੇ ਵੀ ਕਸ਼ਮੀਰੀਆਂ ਤੇ ਸਿੱਖਾਂ ਦੇ ਉੱਤੇ ਜਸੂਸੀ ਕਰਨ ਦੇ ਪੈਸੇ ਮਿਲ ਰਹੇ, ਇੱਦਾਂ ਹੀ ਉਹ ਆਸਟ੍ਰੇਲੀਆ ਦੇ ਵਿੱਚ ਵੀ ਫੜਿਆ ਹੈਗਾ। ਅੱਛਾ ਜੀ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਮਤਲਬ ਜਿਹੜੀ ਆਪਾਂ ਪਿਛਲੀ ਵਾਰੀ ਗੱਲ ਕੀਤੀ ਵੀ ਜਸੂਸੀ ਦੀ ਪਲੇ ਬੁੱਕ ਜਿਹੜੀ ਆ ਵੀ ਉਹ ਹੱਥ ਕੰਡੇ ਉਹੀ ਨੇ। ਬਿਲਕੁਲ। ਵੀ ਭਾਵੇਂ ਉਹ ਅੱਜ ਤੋਂ 40 ਸਾਲ ਪਹਿਲਾਂ ਵਾਲੀ ਸੀ ਬਿਲਕੁਲ ਤੇ ਭਾਵੇਂ ਅੱਜ ਆ ਸੇਮ ਹੀ ਜਿਹੜੇ ਹੱਥ ਕੰਡੇ ਆ ਵੀ ਉਹ ਅਪਣਾਏ ਜਾ ਰਹੇ ਨੇ। ਬਿਲਕੁਲ। ਅੱਗੇ ਲਿਖਦੇ ਨੇ ਜੀ ਵੀ ਦੇ ਲਰਨਡ ਦੈਟ ਸਰਟਨ ਐਥਨਿਕ ਪੰਜਾਬੀ ਨਿਊਜ਼ਪੇਪਰਸ ਇਨ ਮੈਟਰੋ were publishing pro-Indian articles in return for money and other favors. ਸੋ ਇੱਥੇ ਦੇ ਹੁਣ ਜਿਹੜੇ ਅਦਰ ਫੇਵਰਸ ਆ ਉਹ ਤੇ ਜਿੱਦਾਂ ਉਸ ਵੇਲੇ ਸ਼ਾਇਦ ਸ਼ਰਾਬ ਦੀਆਂ ਬੋਤਲਾਂ ਹੈਗੀਆਂ ਤੇ ਹੁਣ ਜਿਹੜੇ ਆ ਵੀ ਇਹ ਵੀ ਦੀਵਾਲੀ ਦੇ ਮੇਲੇ ਤੇ ਜੀ ਅਖੇ ਇਨਵੀਟੇਸ਼ਨ ਜਿਹੜੇ ਆ ਵੀ ਪਾਰਲੀਮੈਂਟ 'ਚ ਬੁਲਾਇਆ ਗਿਆ ਤੇ ਜਿਹੜਾ ਵੀ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਅਖੇ ਫੋਟੋ ਖਿੱਚਣੇ ਦਾ ਮੌਕਾ ਬਣਿਆ। ਬਿਲਕੁਲ। ਮੈਨੂੰ ਆਉਂਦੇ ਰਹੇ ਇੰਡੀਅਨ ਹਾਈ ਕਮਿਸ਼ਨ ਦੇ ਇਨਵੀਟੇਸ਼ਨ ਦੀਵਾਲੀ ਦੇ ਤੇ ਕਈ ਸਾਲਾਂ ਤੱਕ ਆਉਂਦੇ ਰਹੇ, ਮੈਂ ਹਰੇਕ ਵਾਰੀ ਨਾ ਕਰਦਾ ਰਿਹਾ, ਹੁਣ ਉਹਨੇ ਬੰਦ ਹੋ ਗਏ ਜੀ। ਵੀ ਮਤਲਬ ਗੱਲ ਕੀ ਆ ਵੀ ਜਿਹੜੇ ਇਹੋ ਜਿਹੇ ਹੈਗੇ ਨਾ ਇਨਵੀਟੇਸ਼ਨ ਤੇ ਹੋਰ ਜਿਹੜੇ ਹੱਥ ਕੰਡੇ ਆ ਉਹ ਤੁਹਾਨੂੰ ਕਿਹੜੇ ਪੁਆਇੰਟ ਤੇ ਕੰਪਰੋਮਾਈਜ਼ ਕਰ ਜਾਂਦੇ ਆ। ਬਿਲਕੁਲ। ਤਾਂ ਤੁਹਾਨੂੰ ਆਪ ਨੂੰ ਹੀ ਧਿਆਨ ਰੱਖਣਾ ਪੈਂਦਾ। ਬਿਲਕੁਲ। ਕਿਉਂਕਿ ਜੇ ਤੁਸੀਂ ਇਦਾਂ ਹੀ ਲੈ ਲੈਂਦੇ ਆ ਵੀ ਠੀਕ ਆ ਵੀ ਇਹ ਵੀ ਜੇ ਅਸੀਂ ਮੰਨ ਲਓ ਵੀ ਸਾਡਾ ਆਪਣਾ ਮੁਲਕ ਹੋਵੇ ਜੀ ਤੇ ਜੇ ਫੇਰ ਅਖੇ ਇੱਦਾਂ ਇਨਵੀਟੇਸ਼ਨ ਆਵੇ ਤੇ ਫੇਰ ਵੀ ਤੇ ਅਸੀਂ ਜਾਵਾਂਗੇ ਹੀ ਭਈ ਉਹ ਤੇ ਗੱਲ ਵੱਖਰੀ ਹੋਣੀ ਹੈ, ਉਹ ਡਿਫਰੈਂਟ ਸਿਨੈਰੀਓ। ਕਿਉਂਕਿ ਜਿੱਦਾਂ ਮੰਨ ਲਓ ਵੀ ਕ੍ਰਿਸਮਸ ਦੇ ਉੱਤੇ ਤੁਹਾਨੂੰ ਇਨਵੀਟੇਸ਼ਨ ਆਇਆ, ਈਦ ਦੇ ਉੱਤੇ ਇਨਵੀਟੇਸ਼ਨ ਆਇਆ, ਕੋਈ ਮਸਲਾ ਨਹੀਂਗਾ ਵੀ ਸਾਨੂੰ ਜਾ ਕੇ ਅਟੈਂਡ ਕਰਨੇ ਦਾ ਜੀ, ਕਿਉਂਕਿ ਉਹ ਜਿਹੜੇ ਨਾ ਈਸਾਈ ਤੇ ਨਾ ਮੁਸਲਮਾਨ ਇਹ ਕਹਿ ਰਹੇ ਨੇ ਵੀ ਸਿੱਖ ਜਿਹੜੇ ਉਹ ਹਿੰਦੂਆਂ ਦਾ ਹੀ ਹਿੱਸਾ ਨੇ। ਬਿਲਕੁਲ ਬਿਲਕੁਲ। ਜਦੋਂ ਇੱਕ ਕੌਮ ਜਿਹੜੀ ਆ ਉਹ ਇਹ ਕਲੇਮ ਕਰ ਰਹੀ ਆ ਵੀ ਸਿੱਖ ਜਿਹੜੇ ਨੇ ਉਹ ਹਿੰਦੂ ਹੀ ਨੇ, ਜਦੋਂ ਉਹ ਤੁਹਾਨੂੰ ਇਨਵੀਟੇਸ਼ਨ ਭੇਜਦੀ ਆ ਬਿਲਕੁਲ ਤੇ ਉਹ ਇਨਵੀਟੇਸ਼ਨ ਦੇ ਵਿੱਚ ਵੀ ਜੇ ਤੁਸੀਂ ਜਾ ਕੇ ਬਹਿ ਜਾਂਦੇ ਆ ਬਿਲਕੁਲ ਤੇ ਤੁਸੀਂ ਐਜ਼ ਸਿੱਖ ਨਹੀਂ ਬਹਿ ਰਹੇ, ਤੁਸੀਂ ਐਜ਼ ਜਿਹੜੇ ਨਹੀਂ ਜਾਣਦੇ ਉਹਨਾਂ ਲਈ ਇਹ ਆ ਵੀ ਅੱਛਾ ਵੀ ਇਹਨਾਂ ਦਾ ਵੀ ਤਿਉਹਾਰ ਆ ਬਿਲਕੁਲ ਵੀ ਇਹਦਾ ਮਤਲਬ ਇਹ ਵੀ ਹਿੰਦੂ ਹੀ ਨੇ।
ਨਹੀਂ ਭਾਈ ਜੇ ਦੀਵਾਲੀ ਮੇਲੇ 'ਚ ਤੁਸੀਂ ਚੱਲੇ ਹੋ ਹੋਲੀ ਵਾਲਾ ਜਿਹੜਾ ਗਾਉਂਦੇ ਆ, ਬਿਲਕੁਲ ਹੋਲੀ ਵਾਲਾ, ਦੋਵੇਂ ਚੀਜ਼ਾਂ ਹੀ। ਤੇ ਉਹਦੇ ਵਿੱਚ ਤੁਹਾਨੂੰ ਉਹਨਾਂ ਦੇ ਨਾਲੋਂ ਜ਼ਿਆਦਾ ਆਪਣੇ ਬੰਦੇ ਨਜ਼ਰ ਆਉਣਗੇ, ਨਾਲੇ ਉਦਾਂ ਭੰਗੜੇ ਦੀਆਂ ਟੀਮਾਂ ਪਹੁੰਚੀਆਂ ਹੋਣਗੀਆਂ, ਪੂਰੇ ਭੰਗੜੇ ਪੈ ਰਹੇ ਹੁੰਦੇ ਆ, ਤਾਂ ਉਹ ਸਾਰਾ ਇੱਕ ਤਮਾਸ਼ਾ ਜਿਹਾ ਚੱਲ ਰਿਹਾ ਹੁੰਦਾ ਆ। ਤਾਂ ਉਹਦਾ ਦੇਖਣ ਨੂੰ ਤਾਂ ਇਹੀ ਲੱਗੇਗਾ ਕਿ ਸਿੱਖਾਂ ਦਾ ਤਿਉਹਾਰ ਹੈਗਾ। ਤੇ ਜਿਹੜਾ ਆਪਣਾ ਤਿਉਹਾਰ ਹੈ ਵਿਸਾਖੀ, ਉਹ ਅਸੀਂ ਇੰਨੇ ਚਾਅ ਨਾਲ ਮਨਾਉਂਦੇ ਹੀ ਨਹੀਂ ਹੈਗੇ। ਉਹ ਪਤਾ ਵੀ ਨਹੀਂ ਗੋਰਿਆਂ ਨੂੰ ਹੈਗਾ ਕਿ ਨਹੀਂ ਹੈਗਾ। ਬਿਲਕੁਲ ਇੱਥੇ ਹਨਾ ਜੀ, ਉਹ ਗੱਲਾਂ ਜਿਹੜੀਆਂ ਹੈਗੀਆਂ ਜ਼ਰੂਰ ਉਹ ਗੱਲਾਂ ਤੋਂ ਸਾਨੂੰ ਧਿਆਨ ਦੇਣਾ ਚਾਹੀਦਾ ਹੈਗਾ। ਸੋ ਮਤਲਬ ਵੀ ਫਰਕ ਇਹ ਨਹੀਂਗਾ ਵੀ ਇਹ ਵੀ ਹਿੰਦੂਆਂ ਨੇ ਬੁਲਾਇਆ ਤਾਂ ਕਰਕੇ ਨਹੀਂ ਜਾਣਾ। ਹਾਂ ਨਹੀਂ ਉਹ ਗੱਲ ਤਾਂ ਨਹੀਂ ਹੈ। ਕਾਰਨ ਇਹ ਆ ਵੀ ਕਿਉਂਕਿ ਉਹ ਜਿਹੜੇ ਬੁਲਾ ਰਹੇ ਨੇ ਉਹ ਇਹ ਕਲੇਮ ਕਰ ਰਹੇ ਨੇ ਵੀ ਸਿੱਖ ਹਿੰਦੂ ਹੀ ਨੇ, ਤਾਂ ਕਰਕੇ ਨਹੀਂ ਜਾਣਾ ਹੈ। ਨਹੀਂ ਸਹੀ ਗੱਲ ਹੈ ਭਾਜੀ। ਇੱਕ ਗੱਲ ਨਾ, ਇਹ ਜਿੱਦਾਂ ਬਹੁਤ ਪਹਿਲਾਂ ਚਰਚਾ ਵੀ ਹੋਈ ਸੀਗੀ, ਤੇ ਮੇਰੇ ਨਾਲ ਵੀ ਕਿਸੇ ਨਾਲ ਇੱਦਾਂ ਲੋਕਲ ਗੱਲ ਹੋਈ ਸੀ। ਉਹ ਕਹਿੰਦੇ ਜੀ ਤੁਸੀਂ ਇਹ ਕਿਉਂ ਕਹਿੰਦੇ ਆ ਕਿ ਸਿੱਖ ਹਿੰਦੂ ਨਹੀਂ ਹੈਗੇ? ਮੈਂ ਕਿਹਾ ਕਿਉਂਕਿ ਉਹ ਕਹਿੰਦੇ ਕਿ ਅਸੀਂ ਹਿੰਦੂ ਹਾਂ। ਬਿਲਕੁਲ ਉਹਦਾ ਵੀ ਇਹੀ ਸਵਾਲ ਹੈ। ਕਹਿੰਦਾ ਹੁਣ ਮੁਸਲਮਾਨਾਂ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ, ਜਾਂ ਕ੍ਰਿਸਚਨਾਂ ਬਾਰੇ ਕਿਉਂ ਨਹੀਂ ਬੋਲਦੇ? ਤੇ ਤੁਸੀਂ ਇਦਾਂ ਹੀ ਉਹ ਕਹਿੰਦੇ ਆ ਕਿ ਜਿਹੜੇ ਸਿੱਖ ਆ ਉਹ ਹਿੰਦੂ ਨਹੀਂ ਹੈਗੇ। ਕਿਤਾਬ ਵੀ ਉਹਨੇ ਕਿਤੇ ਦੇਖੀ ਹੋਣੀ ਹੈ ਕਿ ਸਿੱਖ ਹਮ ਹਿੰਦੂ ਨਹੀਂ ਹਨ। ਤੇ ਮੈਂ ਕਿਹਾ ਉਹਦਾ ਕਾਰਨ ਹੀ ਇਹ ਹੈਗਾ ਹੈ ਕਿ ਕਿਉਂਕਿ ਉਹ ਕਲੇਮ ਕਰਦੇ ਆ ਕਿ ਅਸੀਂ ਉਹਨਾਂ ਦੀ ਕੌਮ ਦਾ ਹਿੱਸਾ ਹੈ, ਤਾਂ ਸਾਨੂੰ ਉਹਦੇ ਜਵਾਬ 'ਚ ਕਹਿਣਾ ਪੈਂਦਾ ਆ। ਉਹ ਬੰਦ ਕਰ ਦੇਣ, ਸਾਰੇ ਝਗੜਾ ਖਤਮ ਹੋ ਜਾਂਦਾ ਹੈ। ਸਾਨੂੰ ਕੋਈ ਸ਼ੌਂਕ ਥੋੜ੍ਹਾ ਹੈ ਕਿਸੇ ਦੇ ਨਾਲ ਇਦਾਂ ਦੀ ਗੱਲਾਂ ਬਾਤਾਂ ਕਰਨ ਦਾ, ਜਾਂ ਇਦਾਂ ਝਗੜਾ ਕਰਨ ਦਾ, ਜਾਂ ਇਦਾਂ ਦੀ ਸਟੇਟਮੈਂਟਾਂ ਦੇਣ ਦਾ। ਤੇ ਅਸੀਂ ਮੁਸਲਮਾਨਾਂ ਜਾਂ ਈਸਾਈਆਂ ਪ੍ਰਤੀ ਇਸ ਲਈ ਨਹੀਂ ਕਹਿੰਦੇ ਕਿਉਂਕਿ ਉਹ ਕਲੇਮ ਨਹੀਂ ਕਰਦੇ ਕਿ ਸਿੱਖ ਜਿਹੜੇ ਉਹ ਈਸਾਈਆਂ ਦਾ ਹਿੱਸਾ ਨੇ ਜਾਂ ਫਿਰ ਮੁਸਲਮਾਨਾਂ ਦਾ ਹਿੱਸਾ ਨੇ। ਤਾਂ ਇਹੀ ਚੀਜ਼ ਇੱਥੇ ਲੱਗਦੀ ਹੈਗੀ। ਜਦੋਂ ਅਸੀਂ ਉਹਨਾਂ ਦੇ ਤਿਉਹਾਰ ਇੱਦੇ ਚਾਅ ਦੇ ਨਾਲ ਮਨਾਉਣੇ ਆ, ਤੇ ਅਗਲਿਆਂ ਨੇ ਫਿਰ ਦੇਖਣ ਵਾਲੇ ਨੇ ਤੀਜੇ ਥਰਡ ਪਰਸਨ ਨੇ ਤਾਂ ਇਹੀ ਸਮਝਣਾ ਕਿ ਇਹਨਾਂ ਦਾ ਵੀ ਆਪਣਾ ਤਿਉਹਾਰ ਹੈਗਾ। ਬਿਲਕੁਲ। ਤੇ ਹਾਂਜੀ ਅੱਗੇ ਫਿਰ ਲਿਖਦੇ ਨੇ ਜੀ ਵੀ ਐਂਡ ਦੈਨ देयर ਵਾਸ ਦਾ ਵਾਈਸ ਕਾਉਂਸਲ ਹਿਮਸੈਲਫ ਦਵਿੰਦਰ ਸਿੰਘ ਆਹਲੂਵਾਲੀਆ ਜੀ। ਉਹ ਕਹਿੰਦਾ ਵੀ ਜੋ ਬਾਕੀ ਹੋ ਰਿਹਾ ਸੀਗਾ ਵੀ ਇੰਡੀਅਨ ਅੰਬੈਸੀ ਵੱਲੋਂ, ਪੰਜਾਬੀ ਅਖਬਾਰਾਂ ਵੱਲੋਂ ਤੇ ਹੋਰ ਪਾਸਿਓਂ, ਔਰ ਪੰਜਾਬੀ ਅਖਬਾਰਾਂ ਉਰੇ ਵਾਲੀਆਂ ਵੀ ਦੇਖ ਲਓ, ਆਸਟ੍ਰੇਲੀਆ ਵਾਲੀਆਂ ਦੇਖ ਲਓ, ਅਮਰੀਕਾ ਵਾਲੀਆਂ ਦੇਖ ਲਓ, ਉਹ ਅਜੇ ਤੱਕ ਵੀ ਉਹੀ ਚੱਲ ਰਿਹਾ ਸਾਰਾ ਕੁਝ। ਬਿਲਕੁਲ ਵੀ ਪੈਸੇ ਲੈ ਕੇ ਤੇ ਖਬਰਾਂ ਛਾਪੀਆਂ ਜਾਂਦੀਆਂ ਆ, ਜਾਂ ਪੈਸੇ ਲੈ ਕੇ ਖਬਰਾਂ ਨਹੀਂ ਛਾਪੀਆਂ ਜਾਂਦੀਆਂ, ਉਹ ਸਾਰਾ ਕੁਝ ਜਿਹੜਾ ਉੱਦਾਂ ਹੀ ਚੱਲ ਰਿਹਾ। ਐਂਡ ਦੈਨ देयर ਵਾਸ ਦਾ ਵਾਈਸ ਕਾਉਂਸਲ ਹਿਮਸੈਲਫ ਦਵਿੰਦਰ ਸਿੰਘ ਆਹਲੂਵਾਲੀਆ। He gave the appearance of being a good-hearted pro-police diplomat who was helping the Metro Department develop its intelligence files on the Sikhs. ਜੀ ਯਾਨੀ ਕਿ ਵੀ ਉਹ ਆਪਣੇ ਆਪ ਨੂੰ ਜਿਹੜੀ ਕੈਨੇਡਾ ਦੀ ਪੁਲਿਸ ਸੀਗੀ ਭਈ ਉਹਦੇ ਸਾਹਮਣੇ ਐਂ ਪੇਸ਼ ਕਰਦਾ ਸੀ ਵੀ ਮੈਂ ਤੇ ਬਹੁਤ ਸੁੱਚਾ ਸੱਚਾ ਜਿਹੜਾ ਆ ਵੀ ਇਹ ਵੀ ਡਿਪਲੋਮੈਟ ਆ ਜੀ, ਤੇ ਮੇਰੀ ਜਿਹੜੀ ਇੰਟੈਂਸ਼ਨ ਆ ਵੀ ਉਹ ਇਹ ਹੀ ਆ, ਮਰਜ਼ੀ ਜਿਹੜੀ ਆ ਵੀ ਉਹ ਮੈਂ ਇਸ ਕਰਕੇ ਵੀ ਤੁਹਾਡੇ ਨਾਲ ਤਾਲਮੇਲ ਕਰ ਰਿਹਾ ਵੀ ਤੁਸੀਂ ਜੋ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਸਿੱਖਾਂ ਬਾਰੇ ਮੈਂ ਦੇ ਰਿਹਾ। ਬਿਲਕੁਲ। ਹੁਣ ਇੱਕ ਉਹ ਆਪ ਸਿੱਖਿਆ ਜੀ ਵੀ ਦੇਖਣ ਨੂੰ ਪੱਗ ਬੰਨੀ ਹੋਈ ਆ, ਦਾੜੀ ਪੂਰੀ ਐਨ ਸਾਰਾ ਸਰੂਪ ਬਣਾਇਆ ਹੋਇਆ ਉਹਨੇ ਜੀ। ਸਹੀ ਗੱਲ। ਤੇ ਉਹ ਉਤੋਂ ਸਿੱਖਾਂ ਬਾਰੇ ਜਾਣਕਾਰੀ ਦੇ ਰਿਹਾ, ਤੇ ਜਿਹੜੇ ਨਹੀਂ ਜਾਣਦੇ ਸਿੱਖਾਂ ਨੂੰ, ਉਹਨਾਂ ਨੂੰ ਜਦੋਂ ਸਿੱਖ ਇੱਕ ਜਾਣਕਾਰੀ ਦੇ ਰਿਹਾ, ਉਹਨਾਂ ਕੋਲੇ ਕੀ ਕਾਰਨ ਆ ਵੀ ਇਹ ਸੋਚਣੇ ਦਾ ਵੀ ਨਹੀਂ ਨਹੀਂ ਇਹ ਜਾਣਕਾਰੀ ਗਲਤ ਹੋਣੀ, ਅਸੀਂ ਕਿਤੇ ਹੋਰ ਵੀ ਚੈੱਕ ਕਰ ਲਈ, ਕੋਈ ਕਾਰਨ ਨਹੀਂ ਹੋਣਾ। ਹੁਣ ਇਹੀ ਜਿਹੜਾ ਡਰਾਮਾ ਆ ਉਹ ਇੱਥੇ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਵੀ ਚੱਲ ਰਿਹਾ। ਬਿਲਕੁਲ। ਵੀ ਜਿਹੜੀ ਉਹ ਬੀਬੀ ਨੂੰ ਬਿਠਾਤਾ ਨਾ ਉਹਨਾਂ ਨੇ ਲਿਜਾ ਕੇ ਉੱਥੇ ਹੈੱਡਕੁਆਟਰ ਦੇ ਵਿੱਚ, ਹਾਂਜੀ ਹਾਂਜੀ, ਤੇ ਉਹ ਜਾ ਕੇ ਹੁਣ ਹਾਈ ਕਮਿਸ਼ਨ ਨੂੰ ਮਿਲਦੇ ਆ, ਫਿਰ ਅਖੇ ਵੀ ਉਹ ਹਾਈ ਕਮਿਸ਼ਨ ਵੱਲੋਂ, ਇੰਡੀਅਨ ਹਾਈ ਕਮਿਸ਼ਨ ਵੱਲੋਂ ਗੁਰੂ ਨਾਨਕ ਸਾਹਿਬ ਦੀ ਕਿਤਾਬ ਪੇਸ਼ ਕੀਤੀ ਜਾਂਦੀ ਹੈ। ਇਹ ਨਹੀਂ ਪਤਾ ਵੀ ਉਹ ਕਿਤਾਬ ਦੇ ਵਿੱਚ ਕੀ ਹੈਗਾ, ਕੀ ਕਿਤਾਬ ਦਾ ਨਾਂ ਆ, ਕਿਹੜੀ ਛਾਪੀ ਆ। ਬਿਲਕੁਲ ਬਿਲਕੁਲ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਮਤਲਬ ਕੋਈ ਸੈਂਸ ਬਣਦੀ ਹੈ ਇਸ ਚੀਜ਼ ਦੀ? ਕੋਈ ਸੈਂਸ ਨਹੀਂ। ਭਈ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਕੋਈ ਕੰਮ ਕਰਦਾ ਹੋਵੇ ਤੇ ਉਹਦੀ ਤਰੱਕੀ ਹੋਵੇ, ਤੇ ਉਹ ਜਾ ਕੇ ਇੰਡੀਅਨ ਹਾਈ ਕਮਿਸ਼ਨ ਨੂੰ ਮਿਲੇ, ਤੇ ਹਾਈ ਕਮਿਸ਼ਨ ਜਿਹੜਾ ਆ ਉਹ ਗੁਰੂ ਨਾਨਕ ਸਾਹਿਬ ਬਾਰੇ ਕਿਤਾਬ ਜਿਹੜੀ ਆ ਵੀ ਉਹ ਪ੍ਰੈਜ਼ੈਂਟ ਕਰੇ। ਸੋ ਇਹ ਸਾਰਾ ਜਿਹੜਾ ਕਾਲਾ ਮਾਲਾ ਆ ਉਹ ਬਿਲਕੁਲ ਉਹੀ ਚੱਲ ਰਿਹਾ ਜੋ ਕੈਨੇਡਾ ਦੇ ਵਿੱਚ ਆਲਰੇਡੀ ਹੋ ਚੁੱਕਾ ਆ। ਉਹੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਹੁਣ ਉਹ ਜਿਹੜਾ ਵੀ ਉਹ ਚੱਲਣ ਦਿਆ ਸਾਰਾ। ਨਹੀਂ ਜੇ ਤੁਸੀਂ ਉਸ ਜਿਹੜੀ ਉਸ ਬੀਬੀ ਦੀ ਗੱਲ ਕਰਦੇ ਆ, ਕੱਲ ਨੂੰ ਉਹ ਜੋ ਇਨਫੋਰਮੇਸ਼ਨ ਦਊਗੀ ਉਹਨੂੰ ਆਪਣੇ ਡਿਪਾਰਟਮੈਂਟ ਨੂੰ, ਹਾਇਰ ਡਿਪਾਰਟਮੈਂਟ ਨੂੰ, ਜੋ ਵੀ ਹੈਗਾ, ਤੇ ਜੋ ਵੀ ਸਿੱਖਾਂ ਬਾਰੇ ਇਨਫੋਰਮੇਸ਼ਨ ਦਊਗੀ ਉਹਨਾਂ ਨੂੰ ਤਾਂ ਉਹਨੂੰ ਟਰੂ ਮੰਨਣਾ ਹੈ, ਸੱਚ ਖਾਸ ਤੌਰ ਤੇ ਵੀ ਜੇ ਉਹ ਇਨਫੋਰਮੇਸ਼ਨ ਜਿਹੜੀ ਆ ਵੀ ਜੇ ਉਹ ਬਾਹਰ ਆਉਂਦੀ ਨਹੀਂ, ਸਾਨੂੰ ਪਤਾ ਹੀ ਨਹੀਂ ਗਾ ਵੀ ਅੰਦਰ ਕੀ ਕਿਹਾ ਗਿਆ। ਬਿਲਕੁਲ ਜੀ ਬਿਲਕੁਲ। ਇਸ ਕਰਕੇ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਭਈ ਸਾਡੀ ਉਹ ਜਿਹੜੀ ਕਹਿ ਲਓ ਵੀ ਫਰਦਰ ਜਿਹੜੀ ਜਾਂਚ ਪੜਤਾਲ ਉਹ ਮੰਗਦੀਆਂ ਸਾਡੇ ਵੱਲੋਂ, ਕੋਸ਼ਿਸ਼ ਜਿਹੜੀ ਹੋਰ ਹੋਣੀ ਚਾਹੀਦੀ ਆ ਵੀ ਖੁਲਾਸਾ ਹੋਵੇ ਵੀ ਹੋ ਕੀ ਰਿਹਾ। ਬਿਲਕੁਲ ਬਿਲਕੁਲ। ਕੌਣ ਕਰ ਰਿਹਾ ਇਹ? ਬਿਲਕੁਲ। ਨਹੀਂ ਇਹੀ ਕਲੇਮ ਮੈਂ ਕਿਹਾ ਨੇਕੀ ਕਰਦਾ ਹੁੰਦਾ ਆ ਕਿ ਮੇਰੇ ਵਰਗਾ ਸੱਚਾ ਸੁੱਚਾ ਸਿੱਖ ਤਾਂ ਹੈ ਹੀ ਨਹੀਂਗਾ। ਆਹੋ ਕਹਿੰਦਾ ਮੈਂ ਮਾਡਰਨ ਆ, ਮਤਲਬ ਬਾਕੀ ਕੌਮ ਨੂੰ ਕਹਿੰਦਾ ਕਿ ਇਹਦਾ 100 ਸਾਲ ਪਿੱਛੇ ਆ, ਯਾਨੀ ਕਿ 100 ਸਾਲ ਪਿੱਛੇ ਮੈਂ ਤਾਂ ਇਹਨਾਂ ਨੂੰ ਚੱਕ ਰਿਹਾ ਆ, ਇਹਨਾਂ ਦਾ ਮਾਨਸਿਕ ਪੱਧਰ ਚੱਕ ਰਿਹਾ ਆ। ਜੇ ਇਹ ਸਟੇਟਮੈਂਟ ਦੀ ਸਪੋਰਟ ਦੇ ਵਿੱਚ ਕੋਈ ਸਬੂਤ ਮੰਗ ਲਓ, ਸਬੂਤ ਥੋੜੀ ਹੈ। ਮਤਲਬ ਕੋਈ ਏਦਾਂ ਪੁੱਛ ਵੀ ਲੈਣਾ ਕਿ ਪਲਾਨ ਕੀ ਹੈ ਤੁਹਾਡਾ,
ਹੁਣ ਆਪਣੇ ਬਿਨਾਂ ਕਿਸੇ ਤੋਂ ਪੁੱਛੇ ਹੀ ਪਲਾਨ ਦੱਸੀ ਜਾਂਦਾ ਹੈ ਕਿ ਮੈਂ ਤੇ ਇਹਨਾਂ ਦਾ ਮਾਨਸਿਕ ਪੱਧਰ ਚੱਕ ਰਿਹਾ ਆ। ਹਾਲਾਂਕਿ ਮਾਨਸਿਕ ਪੱਧਰ ਨਹੀਂ ਚੱਕ ਰਿਹਾ, ਭੇਡਾਂ ਬਣਾ ਰਿਹਾ ਆ, ਆਪਣਾ ਗੁਲਾਮ ਬਣਾ ਰਿਹਾ ਆ। ਖੈਰ ਮਤਲਬ ਮਾਨਸਿਕ ਪੱਧਰ ਚੱਕਣ ਦਾ ਇੱਕ ਕਹਿ ਰਿਹਾ ਮੇਰਾ ਪਲਾਨ ਆ। ਜਦੋਂ ਪਲਾਨ ਪੁੱਛਦੇ ਸੀਗੇ ਉਦੋਂ ਪਿੱਟਦਾ ਸੀਗਾ ਕਿ ਪਲਾਨ ਨਾ ਪੁੱਛੋ, ਕਹਿੰਦਾ ਪਲਾਨ ਨਹੀਂ ਹੈਗਾ ਸਾਡੇ ਕੋਲ ਕੋਈ। ਉਹ ਮੌਕੇ ਦੇ ਮੁਤਾਬਕ ਬਦਲਦੀਆਂ ਸਟੇਟਮੈਂਟਾਂ, ਇਹ ਥੋੜੀ ਆ ਵੀ ਕੋਈ ਪੱਕਾ ਪਲਾਨ ਬਣਿਆ ਹੋਇਆ ਜਾਂ ਕੋਈ ਪੱਕਾ ਟੀਚਾ ਮਿੱਥਿਆ ਹੋਇਆ। ਮਤਲਬ ਭਾਜੀ ਭੇਡਾਂ ਮੁੰਨਣੀਆਂ ਆ, ਉਹ ਜਿਹੜੇ ਮਰਜ਼ੀ ਤਰੀਕੇ ਨਾਲ ਮੁੰਨਣੀਆਂ ਆ, ਉਹਦੇ ਵਿੱਚ ਪਲਾਨ ਦੀ ਕੀ ਲੋੜ ਆ ਨਾ। ਉਹ ਤਾਂ ਜਿਹੜੀ ਜਿੱਦਾਂ ਦਾ ਮੌਕਾ ਹੈ ਉਦਾਂ ਦੀ ਸਟੇਟਮੈਂਟ ਦੇ ਕੇ ਤਾਂ ਹੀ ਤੇ ਪਲਾਨ ਦੱਸਦਾ ਨਹੀਂ ਨਾ, ਤਾਂ ਹੀ ਤੇ ਆਬਜੈਕਟਿਵ ਦੱਸਿਆ ਨਹੀਂ ਜਾਂਦਾ। ਜੇ ਦੱਸ ਦਿੱਤਾ ਲੋਕਾਂ ਨੇ ਕਹਿਣਾ ਵੀ ਤੁਸੀਂ ਤੇ ਆ ਕਿਹਾ ਸੀ ਟੀਚਾ ਤੁਹਾਡਾ, ਆ ਜਿਹੜਾ ਕੰਮ ਤੁਹਾਡਾ, ਆ ਜਿਹੜੀਆਂ ਸਟੇਟਮੈਂਟਾਂ ਐਸ ਟੀਚੇ ਦੇ ਵਿੱਚ ਕਿੱਦਾਂ ਫਿੱਟ ਹੁੰਦੀਆਂ। ਬਿਲਕੁਲ ਨਹੀਂ, ਹੁਣ ਟੀਚਾ ਦੱਸ ਰਿਹਾ ਨਾ, ਹੁਣ ਇਹ ਪਲਾਨ ਦੱਸ ਰਿਹਾ ਕਿ ਜਿਹੜਾ ਮਤਲਬ ਗੋਰਿਆਂ ਨੂੰ ਵੀ ਇਹੀ ਦੱਸ ਰਿਹਾ, ਬਾਕੀ ਸਾਰੀ ਜਗ੍ਹਾ ਕਿਉਂਕਿ ਇੰਗਲਿਸ਼ 'ਚ ਵੀ ਲਿਖਿਆ ਨਾ, ਇਹਨਾਂ ਨੇ ਪੋਸਟਾਂ ਪਾਈਆਂ ਆ ਕਿ ਭਾਈ 100 ਸਾਲ ਜਿਹੜੇ ਪੁਰਾਣੀ ਜ਼ਿੰਦਗੀ ਜੀ ਰਹੇ ਹੈ ਸਿੱਖ, ਇਹਨਾਂ ਦਾ ਅਸੀਂ ਮਾਨਸਿਕ ਪੱਧਰ ਉੱਚਾ ਚੁੱਕਣਾ। ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੀ ਬਕਵਾਸ ਤੁਸੀਂ ਉੱਥੇ ਕਰਦੇ ਆ ਫੇਸਬੁੱਕ ਤੇ ਰੇਡੀਓ ਤੇ ਬਹਿ ਕੇ, ਜਿਹੜੇ ਨੀਵੇਂ ਪੱਧਰ ਦੀ ਤੁਸੀਂ ਵੋਕੈਬਲਰੀ ਯੂਜ਼ ਕਰਦੇ ਆ, ਗਾਲਾਂ ਕੱਢਦੇ ਆ, ਕਿ ਉਹਦੇ ਨਾਲ ਕਿਸੇ ਤੁਸੀਂ ਉਹਨਾਂ ਨੂੰ ਜੇ ਤੁਸੀਂ ਟਰਾਂਸਲੇਟ ਕਰਕੇ ਕਿਸੇ ਨੂੰ ਪੁੱਛੋ ਭਾਈ ਪੁਰਾਣੇ ਸਮੇਂ ਦੀ ਜ਼ਿੰਦਗੀ ਕੌਣ ਜੀ ਰਿਹਾ ਆ 100 ਸਾਲ ਪੁਰਾਣੀ, ਤੁਸੀਂ ਕਿ ਅਸੀਂ ਮਤਲਬ ਕੋਈ ਉਦਾਹਰਣ ਦੇ ਦੇਵੇ, ਕਿਸੇ ਪਰਿਵਾਰ ਦੀ ਦੇ ਦੇਵੇ, ਕਿਸੇ ਇੰਡੀਵਿਜੂਅਲ ਦੀ ਦੇ ਦੇਵੇ, ਭਾਈ ਆਹ ਬੰਦਾ ਦੇਖੋ ਵੀ ਆਹ ਜੋ ਕਰਦਾ ਨਾ ਇਹ 100 ਸਾਲ ਪਿੱਛੇ ਜੀ ਰਿਹਾ ਆ, ਦੇ ਦੇਵੇ ਉਦਾਹਰਨ। ਉਹ ਤਾਂ ਹੈ ਨਹੀਂ ਨਾ ਕੋਈ, ਬਸ ਹੁਣ ਹਵਾ 'ਚ ਗੱਲਾਂ ਬਣਾਈਆਂ ਹੋਈਆਂ, ਬਕਵਾਸ ਕੀਤੀ ਜਾ ਰਹੀ ਹੈ ਜਿੱਦਾਂ। ਬਿਲਕੁਲ ਜੀ, ਬਿਲਕੁਲ। So later it suspected that he was manipulating the police for his own purposes while wielding substantial influence over activities within the Sikh community। ਯਾਨੀ ਕਿ ਪੁਲਿਸ ਨੂੰ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਲਿਖੀ ਨਾ ਭਈ until the shooting incident, ਅੱਛਾ ਨਹੀਂ ਆਹ ਸੀਗਾ ਜੀ ਵੀ ਇੱਕ ਤੇ ਇਹ ਵੀ ਉਹ ਆਪਣੇ ਆਪ ਨੂੰ ਪੇਸ਼ ਕਰਦਾ ਸੀ ਵੀ ਮੈਂ ਗੁੱਡ ਹਾਰਟਡ ਡਿਪਲੋਮੈਟ ਜਾਂ ਤੇ ਮੈਂ ਪੁਲਿਸ ਦੀ ਹੈਲਪ ਕਰ ਰਿਹਾ ਵੀ ਸਿੱਖਾਂ ਦੇ ਉੱਤੇ ਜਿਹੜੀਆਂ ਇੰਟੈਲੀਜੈਂਸ ਫਾਈਲਾਂ ਉਹ ਬਣਾਉਣੇ 'ਚ। Until the shooting incident, the ethnic squad trusted ਆਹਲੂਵਾਲੀਆ completely। ਜਿੰਨੀ ਦੇਰ ਤੱਕ ਉਹ ਮੁਜ਼ਾਹਰੇ ਦੇ ਵਿੱਚ ਗੋਲੀਆਂ ਨਹੀਂ ਚੱਲੀਆਂ ਉਨੀ ਦੇਰ ਤੱਕ ਉਹਨਾਂ ਨੂੰ ਆਹਲੂਵਾਲੀਆ ਦੇ ਉੱਤੇ ਪੂਰਾ ਯਕੀਨ ਸੀਗਾ ਕਿ ਇਹ ਜੋ ਦੱਸ ਰਿਹਾ ਬਿਲਕੁਲ ਐਨ ਠੀਕ ਦੱਸ ਰਿਹਾ ਜੀ। Later it suspected that he was manipulating the police for his own purposes। ਫਿਰ ਉਹਨਾਂ ਨੂੰ ਸ਼ੱਕ ਹੋਇਆ ਵੀ ਨਾ ਭਾਈ ਕੁਛ ਗੜਬੜਿਆ, ਵੀ ਇਹਦਾ ਆਪਣਾ ਏਜੰਡਾ ਆ, ਆਪਣਾ ਇਹ ਏਜੰਡੇ ਦੇ ਵਿੱਚ ਵੀ ਸਾਰੇ ਡਿਪਾਰਟਮੈਂਟ ਨੂੰ ਵੀ ਮੈਨੀਪੂਲੇਟ ਕਰ ਰਿਹਾ, ਯੂਜ਼ ਕਰ ਰਿਹਾ, ਹੱਥ ਠੋਕਾ ਬਣਾਇਆ ਇਹਨੇ। ਤੇ ਉਹਦੇ ਵਿੱਚ ਹੀ ਵੀ ਸਿੱਖ ਜਿਹੜੀਆਂ ਕਮਿਊਨਿਟੀ ਦੀਆਂ ਐਕਟੀਵਿਟੀਜ਼ ਨੇ ਵੀ ਉਹਨਾਂ ਦੇ ਵਿੱਚ ਵੀ ਇਹਦੀ ਦਖਲਅੰਦਾਜ਼ੀ ਪੂਰੀ ਆ ਜੀ। ਦੀ ਇਨਫੋਰਮੇਸ਼ਨ ਆਹਲੂਵਾਲੀਆ ਵਾਜ਼ ਗਿਵਿੰਗ ਟੂ ਮੈਟਰੋ ਪੁਲਿਸ ਅਬਾਊਟ ਕੈਨੇਡੀਅਨ ਸਿੱਖਸ ਵਾਜ਼ ਆਲਸੋ ਕੈਪਟ ਔਨ ਫਾਈਲ ਐਟ ਦੀ ਕੌਂਸੂਲੇਟ। ਬਿਲਕੁਲ। ਸੋ ਇਹ ਨਿਗਾ ਵੀ ਉਹ ਸਿਰਫ ਪੁਲਿਸ ਕੋਲੇ ਜਾ ਕੇ ਦੱਸ ਰਿਹਾ ਸੀ, ਜੋ ਦੱਸ ਰਿਹਾ ਸੀਗਾ ਉਹ ਕੌਂਸੂਲੇਟ ਦੀਆਂ ਆਪਣੀਆਂ ਫਾਈਲਾਂ ਦੇ ਵਿੱਚ ਵੀ ਪਿਆ ਹੁੰਦਾ ਸੀ। ਕਿਉਂਕਿ ਜਦੋਂ ਤੁਸੀਂ ਸਮਝਦੇ ਆ ਨਾ ਵੀ ਤਰੀਕਾਕਾਰ ਜਿਹੜਾ ਜਸੂਸੀ ਏਜੰਸੀਆਂ ਦਾ ਵੀ ਆਹਲੂਵਾਲੀਆ ਤੇ ਅੱਜ ਉੱਥੇ ਬੈਠਾ ਆ, ਕੱਲ ਨੂੰ ਉਹਦੀ ਟ੍ਰਾਂਸਫਰ ਹੋ ਜਾਵੇ, ਕਿਸੇ ਹੋਰ ਬੰਦੇ ਨੇ ਆਉਣਾ ਆ, ਉਹਨੂੰ ਵੀ ਇਹ ਧਿਆਨ ਰੱਖਣਾ ਪੈਣਾ ਵੀ ਜਦੋਂ ਉਹ ਪੁਲਿਸ ਵਾਲਿਆਂ ਨਾਲ ਗੱਲ ਕਰਦਾ ਆ ਕੋਈ ਐਸੀ ਸਟੇਟਮੈਂਟ ਨਾ ਦੇ ਦੇਵੇ ਵੀ ਜਿਹੜੀਆਂ ਪਹਿਲੀਆਂ ਆਹਲੂਵਾਲੀਆ ਦੀਆਂ ਸਟੇਟਮੈਂਟਾਂ ਦਿੱਤੀਆਂ ਵੀ ਉਹਨਾਂ ਨੂੰ ਕੱਟ ਜਾਵੇ ਤੇ ਉਧਰੋਂ ਪੁਲਿਸ ਨੂੰ ਸ਼ੱਕ ਹੋ ਜਾਵੇ ਵੀ ਹੈ ਭਈ ਆਹਲੂਵਾਲੀਆ ਤੇ ਐਂ ਕਹਿੰਦਾ ਸੀਗਾ, ਇਹ ਐਂ ਕਹੀ ਜਾਂਦਾ ਹੈ। ਉਹਨਾਂ ਨੂੰ ਸ਼ੱਕ ਹੋ ਗਿਆ, ਫਿਰ ਉਹਨਾਂ ਨੇ ਇਹ ਦੇਖਣ ਲੱਗ ਪੈਣਾ ਵੀ ਕੀ ਆਹਲੂਵਾਲੀਆ ਵੀ ਗਲਤ ਦੱਸ ਗਿਆ ਸਾਨੂੰ। ਬਿਲਕੁਲ। ਜੇ ਉਹ ਝੂਠ ਬੋਲ ਗਿਆ ਤੇ ਇਹ ਕਿੱਦਾਂ ਸੱਚ ਬੋਲ ਰਿਹਾ। ਸੋ ਇਹਦਾ ਮਤਲਬ ਵੀ ਇਹ ਕੌਂਸੂਲੇਟ ਦੇ ਨਾਲ ਵੀ ਜਿਹੜੀ ਉਹ ਜਾਣਕਾਰੀ ਲੈ ਰਹੇ ਆ ਉਹ ਸਾਰੀ ਦੇ ਉੱਤੇ ਫਿਰ ਪੁਲਿਸ ਵਾਲਿਆਂ ਨੇ ਬੜੀ ਬਣਾਈ ਗੇਮ ਦਾ ਖਿਲਾਰਾ ਪੈ ਜਾਣਾ ਜੀ। ਸੋ ਅੱਗੇ ਫਿਰ ਉਹ ਲਿਖਦੇ ਨੇ ਜੀ ਵੀ ਇਟ ਵਾਜ਼ ਯੂਜ਼ਡ ਪੁਲਿਸ ਲਰਨਡ ਟੂ ਡਿਨਾਈ ਕੈਨੇਡੀਅਨ ਸਿੱਖਸ ਵੀਜ਼ਾ ਟੂ ਵਿਜ਼ਿਟ ਦੇਅਰ ਹੋਮਲੈਂਡ। ਸੋ ਫਿਰ ਉਹ ਦੂਜਾ ਪੱਖ ਇਹ ਵੀ ਆ ਵੀ ਜਿੰਨੀ ਜਾਣਕਾਰੀ ਉਹ ਦਿੱਤੀ ਗਈ ਵੀ ਪੁਲਿਸ ਨੂੰ ਜੀ, ਵੀ ਇੱਕ ਤੇ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਮੰਨ ਲਓ ਵੀ ਇਹ ਵੀ ਕਿਸੇ ਬਾਰੇ ਵੀ ਜਿਹੜਾ ਵੀ ABC ਕੋਈ ਵੀ ਬੰਦਾ ਜੀ ਉਹਦੇ ਬਾਰੇ ਭਈ ਇਹ ਉਹਨਾਂ ਨੇ ਜਿਹੜਾ ਆਹਲੂਵਾਲੀਆ ਆ ਵੀ ਉਹਨੇ ਜਾ ਕੇ ਕੈਨੇਡੀਅਨ ਪੁਲਿਸ ਦੇ ਕੋਲੇ ਕਹਿ ਦਿੱਤਾ ਵੀ ਇਹਦੇ ਉੱਤੇ ਆ ਫਲਾਨਾ ਕੇਸ ਪਿਆ ਹੋਇਆ, ਫਲਾਨਾ ਕੇਸ ਪਿਆ ਹੋਇਆ ਤੇ ਜਾਂ ਇਹ ਫਲਾਨੀ 'ਚ ਖਾਲਿਸਤਾਨ ਦੇ ਹੱਕ ਦੇ ਵਿੱਚ ਇਹ ਵੀ ਇਹ ਪਲਾਨ ਬਣਾਉਂਦਾ ਹੈ ਜਾਂ ਐਂ ਕਰਦਾ ਉਹ ਕਰਦਾ, ਉਹਨਾਂ ਦੀ ਫਾਈਲ 'ਚ ਚੱਲ ਗਿਆ ਜੀ। ਹੁਣ ਜੇ ਕੈਨੇਡਾ ਦੇ ਵਿੱਚ ਜਿਹੜੀ ਇੰਡੀਆ ਦੀ ਐਮਬੈਸੀ ਆ ਜੇ ਉਹ ਉਸ ਬੰਦੇ ਨੂੰ ਵੀਜ਼ਾ ਦੇ ਦਿੰਦੀ ਆ ਜਾਂ ਕੋਈ ਹੋਰ ਉਹਦੀ ਐਪਲੀਕੇਸ਼ਨ ਐਕਸੈਪਟ ਕਰ ਲੈਂਦੀ ਆ ਤਾਂ ਵੀ ਝੂਠ ਪੈਂਦਾ ਵੀ ਭਾਈ ਵੀ ਤੁਸੀਂ ਸਾਨੂੰ ਕਹਿੰਦੇ ਵੀ ਇਹ ਬੰਦਾ ਖਤਰਨਾਕ ਆ, ਤੁਸੀਂ ਆਪ ਜਦੋਂ ਤੁਹਾਡੇ ਕੋਲ ਐਪਲੀਕੇਸ਼ਨ ਉਹਦੀ ਆਉਂਦੀ ਆ ਤੁਸੀਂ ਉਹਨੂੰ ਆ ਵੀਜ਼ਾ ਲਾਈ ਜਾਂਦੇ ਆ ਜਾਂ ਹੋਰ ਉਹਨੂੰ ਫੈਸਿਲਿਟੀਆਂ ਦੇਈ ਜਾਂਦੇ ਆ ਤੇ ਫਿਰ ਉਹ ਕਹਿੰਦੇ ਵੀ ਉਹਨੂੰ ਮੁਖੇ ਵੀ ਇੱਦਾਂ ਡਿਨਾਈ ਕੀਤਾ ਗਿਆ। ਹੁਣ ਜੇ ਤੁਸੀਂ ਲਾਓ ਨਾ ਵੀ ਇਹ ਵੀ ਇੱਥੇ ਮੈਨੂੰ ਵੀ ਪਤਾ ਵੀ ਕਿਸੇ ਨੂੰ ਨਾ ਮੇਰੇ ਬਾਰੇ ਇਹ ਕਿਹਾ ਗਿਆ ਪੁਲਿਸ ਵੱਲੋਂ ਵੀ ਹੁਣ ਮੰਨ ਲਓ ਤੁਸੀਂ ਧਿਆਨ ਦਿਓ ਵੀ ਜਿਹੜਾ ਪੁਲਿਸ ਦਾ ਇੱਥੇ ਵੱਡਾ ਅਫਸਰ ਆ ਇੰਡੀਅਨ ਮੂਲ ਦਾ ਜੀ ਵੈਲਿੰਗਟਨ 'ਚ ਬੈਠਾ, ਉਹਦੇ ਵੱਲੋਂ ਕਿਸੇ ਨੂੰ ਇਹ ਕਿਹਾ ਗਿਆ ਭਈ ਵਰਪਾਲ ਸਿੰਘ ਦੇ ਖਿਲਾਫ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਅੱਛਾ ਜੀ। 2018 ਦੀ ਗੱਲ ਆ। ਠੀਕ ਹੈ। ਮੈਨੂੰ ਕੋਈ ਆਈਡੀਆ ਨਹੀਂ
ਠੀਕ ਹੈ ਭਈ ਏਦਾਂ ਵੀ ਮੇਰੇ ਬਾਰੇ ਵੀ ਕਿਸੇ ਨੂੰ ਇਹ ਗੱਲ ਕਹੀ ਗਈ ਆ, ਪਰ ਵਤੀਰਾ ਚੇਂਜ ਹੋ ਗਿਆ, ਵਿਹਾਰ ਚੇਂਜ ਹੋ ਗਿਆ ਅਗਲੇ ਦਾ। ਉਹ ਜਾ ਕੇ 2 ਸਾਲ ਬਾਅਦ ਗੱਲ ਖੁੱਲੀ ਭਈ ਉਹਨੇ ਆਪ ਦੱਸਿਆ ਵੀ ਇਹ ਵੀ ਫਲਾਨੇ ਨੇ ਮੈਨੂੰ ਇਹ ਕਿਹਾ ਸੀਗਾ ਭਈ ਤੇਰੇ ਖਿਲਾਫ ਭਈ ਇਹ ਇਨਵੈਸਟੀਗੇਸ਼ਨ ਚੱਲਦੀ ਪਈ ਆ। ਮੈਂ ਕਿਹਾ ਵੀ ਮੈਨੂੰ ਆਪਣੇ ਮਤਲਬ ਵੀ ਸ਼ੱਕ ਹੋਇਆ ਵੀ ਇਹ ਕਿੱਦਾਂ ਹੋ ਸਕਦਾ। ਬਿਲਕੁਲ ਭਈ ਮਤਲਬ ਪੋਸੀਬਲ ਆ ਵੀ ਪੁਲਿਸ ਵਾਲੇ ਕੋਈ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੋਵੇ ਜਾਂ ਕੋਈ ਹੋਰ ਉਹਨਾਂ ਦੇ ਕੋਲੇ ਕਿਸੇ ਨੇ ਸਟੇਟਮੈਂਟ ਦਿੱਤੀ ਹੋਵੇ ਤੇ ਉਹਦੇ ਬੇਸ ਦੇ ਉੱਤੇ ਅਗਲਿਆਂ ਨੇ ਕਿਹਾ ਸੋਚਿਆ ਹੋਵੇ ਵੀ ਇਨਵੈਸਟੀਗੇਸ਼ਨ ਜ਼ਰੂਰੀ ਆ। ਤੇ ਉਹ ਮੈਂ ਚੱਕ ਕੇ ਦੇਖੇ ਵੀ ਉਹ ਜਿਹੜੀ ਇਨਫੋਰਮੇਸ਼ਨ ਦੀ ਰਿਕੁਐਸਟ ਸੀਗੀ ਉਹ ਪਾਤੀ ਵੀ ਪੁਲਿਸ ਜਿਹੜੀ ਆ ਵੀ ਉਹਦੇ ਫਾਈਲਾਂ ਦੇ ਵਿੱਚ ਵੀ ਮੇਰੇ ਬਾਰੇ ਕੀ ਇਨਫੋਰਮੇਸ਼ਨ ਪਈ ਆ ਜੀ। ਅੱਧਾ ਪੇਜ ਦੀ ਇਨਫੋਰਮੇਸ਼ਨ ਸੀ ਸਾਰੀ, ਨਾ ਉਹਦੇ ਵਿੱਚ ਕਿਤੇ ਕੋਈ ਇਨਵੈਸਟੀਗੇਸ਼ਨ ਨਾ ਕੁਝ ਹੋਰ। ਮੈਂ ਉਹਨੂੰ ਦਿਖਾਤੀ ਬੰਦੇ ਨੂੰ, ਮੈਂ ਕਿਹਾ ਵੀ ਆਹ ਆ ਮੇਰੀ ਪੁਲਿਸ ਫਾਈਲ। ਹੁਣ ਇਹਦੇ ਵਿੱਚ ਨਾ ਕਿਤੇ ਕੁਝ ਮੈਂਸ਼ਨ, ਉਹੀ ਜਿਹੜੀ ਉਹ ਰੇਡੀਓ ਵਰਸੇ ਵਾਲੀ ਸ਼ਿਕਾਇਤ ਸੀਗੀ 2014 ਦੀ ਜੀ, ਉਹਦੀ ਮੈਂਸ਼ਨ ਉਹਦੇ ਵਿੱਚ ਸੀਗੀ ਬਸ। ਠੀਕ ਹੈ, ਜਿਹਦੇ ਵਿੱਚ ਮੇਰਾ ਨਾਮ ਵੀ ਅਗਲਿਆਂ ਨੇ ਲਿਖਿਆ ਸੀ ਦੇ ਨਾਲ। ਠੀਕ ਹੈ, ਸੋ ਉਹ ਤੋਂ ਇਲਾਵਾ ਹੋਰ ਕੱਖ ਵੀ ਨਹੀਂ। ਤੇ ਉਹ ਫਿਰ ਉੱਥੋਂ ਮਤਲਬ ਇਹ ਹੋ ਗਿਆ ਵੀ ਜਦੋਂ ਪੁਲਿਸ ਵਾਲੇ ਵੀ ਕਿਸੇ ਬਾਰੇ ਕਹਿ ਲਓ ਵੀ ਆਫ ਦਾ ਰਿਕਾਰਡ ਜੀ ਕੋਈ ਗੱਲ ਕਹਿ ਦਿੰਦੇ ਆ, ਬਿਲਕੁਲ, ਤੇ ਉਹਨਾਂ ਨੇ ਜਿਹਨੂੰ ਕਹੀ ਆ ਉਹਨੇ ਤਾਂ ਯਕੀਨ ਕਰ ਲੈਣਾ ਵੀ ਇਹ ਪੁਲਿਸ ਦਾ ਅਫਸਰ ਆ, ਬਿਲਕੁਲ, ਵੀ ਜੋ ਇਹ ਕਹਿ ਰਿਹਾ ਝੂਠ ਥੋੜੀ ਬੋਲ ਰਿਹਾ ਹੋਊਗਾ। ਬਿਲਕੁਲ ਬਿਲਕੁਲ। ਹੁਣ ਜਦੋਂ ਅੰਬੈਸੀ ਦਾ ਕੋਈ ਵਾਈਸ ਕਾਉਂਸਲ ਜਿਹੜਾ ਨੰਬਰ 2 ਬਿਲਕੁਲ ਉਹ ਕਿਸੇ ਬਾਰੇ ਕੋਈ ਜਾਣਕਾਰੀ ਦੇ ਰਿਹਾ ਤੇ ਪੁਲਿਸ ਵਾਲੇ ਕਿਉਂ ਕਹੋਗੇ ਵੀ ਝੂਠ ਬੋਲ ਰਿਹਾ? ਬਿਲਕੁਲ ਸਹੀ ਗੱਲ, ਜਿੰਨੀ ਦੇਰ ਤੱਕ ਸ਼ੱਕ ਨਹੀਂ ਪੈਂਦਾ। ਸੋ ਹੁਣ ਜਦੋਂ ਮੈਨੂੰ ਸ਼ੱਕ ਪਿਆ ਫੇਰ ਮੈਂ ਸਾਰਾ ਜਿਹੜਾ ਪ੍ਰੋਸੈਸ ਆ ਵੀ ਉਹਨੂੰ ਉਧੇੜ ਕੇ ਚੰਗੀ ਤਰ੍ਹਾਂ ਨਾਲ ਤੇ ਗਾਂਹ ਪਰਸੂ ਕੀਤਾ। ਹੁਣ ਉਹਦੇ ਵੀ ਨਤੀਜੇ ਜਿਹੜੇ ਆ ਵੀ ਹੌਲੀ ਹੌਲੀ ਨਿਕਲਣੇ ਸ਼ੁਰੂ ਹੋਣੇ ਆ। ਸਹੀ ਗੱਲ ਹੈ, ਚਾਹੀਦਾ ਵੀ ਭਾਈ ਇਹ ਜੋ ਡਰਾਮੇ ਹੈਗੇ ਆ ਬਈ ਕਿਸ ਹਿਸਾਬ ਦੇ ਨਾਲ ਅਗਲੇ ਜਿਹੜੇ ਹੱਥ ਕੰਡੇ ਆ ਉਹ ਕਿੱਦਾਂ ਅਪਣਾਉਂਦੇ ਆ, ਕਿੱਦਾਂ ਤੁਹਾਨੂੰ ਉਹ ਭਈ ਖੁੱਡੇ ਲੈਣ ਲਾਉਣੇ ਦੀ ਕੋਸ਼ਿਸ਼ ਕਰਦੇ ਆ ਤੇ ਵੀ ਤਾਂ ਕਿ ਵੀ ਉਹਨਾਂ ਦਾ ਜਿਹੜਾ ਬਣਿਆ ਬਣਾਇਆ ਖੇਡ ਆ ਵੀ ਉਹ ਆਪਣੇ ਟੀਚਿਆਂ ਨੂੰ ਚੱਲੀ ਚੱਲਣ। ਜਿਹੜਾ ਕੋਈ ਮਾੜੀ ਮੋਟੀ ਵਿੱਚ ਕੋਈ ਕਹਿ ਲਓ ਭਈ ਅਣਿੰਗਾ ਪਾਉਣ ਦਾ ਕਪੈਸਿਟੀ ਰੱਖਦਾ ਆ ਬਿਲਕੁਲ ਵੀ ਉਹਨੂੰ ਬਸ ਉਹ ਇਦਾਂ ਵੀ ਜਾਂ ਕਹਿ ਲਓ ਵੀ ਗਲਤ ਇਲਜ਼ਾਮਾਂ ਰਾਹੀਂ ਬਦਨਾਮ ਕਰ ਦਿਓ ਜਾਂ ਕੁਛ ਕਰ ਦਿਓ, ਪਰੇ ਕਰ ਦਿਓ ਯਾਰ। ਉਹ ਸਾਰੀਆਂ ਚੀਜ਼ਾਂ ਵੀ ਇਹ ਧਿਆਨ 'ਚ ਦੇਣੇ ਵਾਲੀਆਂ ਆ ਜੀ। ਬਿਲਕੁਲ ਵੀ ਜਿਹੜੀਆਂ ਵੀ ਇਹ ਨਿਗਾਹ ਵੀ ਇਹ ਫਰਸਟ੍ਰੇਟ ਹੋ ਜਾਈਏ ਅਸੀਂ ਜਾਂ ਇਹ ਸੋਚ ਲਈਏ ਵੀ ਭਾਈ ਵੀ ਦੁਸ਼ਮਣ ਬਹੁਤ ਤਾਕਤਵਰ ਆ। ਹਾਂਜੀ ਹਾਂਜੀ ਹਾਂਜੀ। ਭਈ ਉੱਧਰ ਦੇਖ ਲਓ ਹੁਣ ਕੈਨੇਡਾ ਦੇ ਵਿੱਚ ਵੀ ਇੰਨਾ ਕੁਛ ਕਰਨੇ ਦੇ ਬਾਵਜੂਦ ਇਸ ਵੇਲੇ ਭਈ ਸਭ ਤੋਂ ਜਿਹੜੀ ਘਟੀਆ ਰੈਪੂਟੇਸ਼ਨ ਆ ਉਹ ਇੰਡੀਅਨ ਸਰਕਾਰ ਦੀਆਂ ਏਜੰਸੀਆਂ ਦੀ ਤੇ ਇੰਡੀਅਨ ਹਾਈ ਕਮਿਸ਼ਨ ਦੀ ਆ। ਬਿਲਕੁਲ ਭਾਜੀ। ਤੇ ਇਸ ਕਰਕੇ ਵੀ ਹੌਲੀ ਹੌਲੀ ਕੰਮ ਜਿਹੜਾ ਆਪਣਾ ਵੀ ਗੁਰੂ ਦੇ ਆਸਰੇ ਕਰੀ ਚੱਲੋ ਵਾ। ਨਹੀਂ ਸਹੀ ਗੱਲ ਹੈ ਭਾਜੀ, ਉਹ ਤਾਂ ਚਾਹੀਦਾ ਵੀ ਇਦਾਂ ਹੀ ਹੈ ਕਿਉਂਕਿ ਹੁਣ ਮਤਲਬ ਮੰਨ ਲਓ ਕਿ ਜੇ ਤੁਹਾਡੇ ਦੁਸ਼ਮਣ ਨੇ ਮਿੱਥੇ ਹੈ ਤੁਹਾਨੂੰ ਤੁਹਾਡੇ ਨਾਲ ਦੁਸ਼ਮਣੀ ਉਹਨੇ ਨਿਭਾਉਣੀ ਆ। ਹੁਣ ਗੁਰੂ ਸਾਹਿਬ ਦੇ ਟਾਈਮ ਤੋਂ ਵੀ ਅਸੀਂ ਇਹ ਦੇਖਦੇ ਹੀ ਆਏ ਹਾਂ ਕਿ ਕਿਸ ਤਰੀਕੇ ਦੇ ਨਾਲ ਚਾਹੇ ਉਹ ਔਰੰਗਜ਼ੇਬ ਦਾ ਸਮਾਂ ਹੋਵੇ ਚਾਹੇ ਜਹਾਂਗੀਰ ਦਾ ਸਮਾਂ ਹੋਵੇ ਉਹਨੇ ਕਿਸ ਤਰੀਕੇ ਨਾਲ ਆਪਣਾ ਜੋ ਕਰਨਾ ਸੀਗਾ ਉਹ ਕੀਤਾ ਆ। ਲੇਕਿਨ ਇੱਧਰ ਵਾਲੇ ਪਾਸਿਓਂ ਕਦੇ ਵੀ ਸਿੱਖਾਂ ਨੇ ਹਿੰਮਤ ਨਹੀਂ ਹਾਰੀ ਤੇ ਨਾ ਹੀ ਹਾਰਨੀ ਚਾਹੀਦੀ ਹੈਗੀ ਆ। ਉਹ ਜਿਹੜੇ ਸਟੈਪ ਹੈਗੇ ਆ ਉਹਨਾਂ ਨੂੰ ਫੋਲੋ ਕਰਦੇ ਰਹੋ ਤੇ ਚੀਜ਼ਾਂ ਰਿਕਾਰਡ ਅੱਜ ਦਾ ਸਮਾਂ ਜਿੱਦਾਂ ਚੇਂਜ ਹੋ ਗਿਆ ਹੁਣ ਉਹਨਾਂ ਚੀਜ਼ਾਂ ਨੂੰ ਰਿਕਾਰਡ ਤੇ ਲਿਆ ਕੇ ਰੱਖੀ ਚੱਲੋ ਤਾਂ ਕਿ ਆਉਣ ਵਾਲੀ ਚਲੋ ਅਸੀਂ ਜਿੱਥੇ ਤੱਕ ਅਸੀਂ ਲੈ ਕੇ ਜਾ ਸਕਦੇ ਹਾਂ ਲੈ ਜਾਈਏ, ਨਤੀਜੇ ਤੱਕ ਨਾ ਵੀ ਪਹੁੰਚੇ ਲੇਕਿਨ ਆਉਣ ਵਾਲੀਆਂ ਜਨਰੇਸ਼ਨਾਂ ਸਾਹਮਣੇ ਪਿਆ ਤਾਂ ਹੋਊਗਾ ਕਿ ਭਾਈ ਆਹ ਦੇਖੋ ਇੱਦਾਂ ਇਹ ਸਾਡੇ ਕਰਦੇ ਹੁੰਦੇ ਸੀਗੇ ਇਤਿਹਾਸ ਦੇ ਵਿੱਚ, ਇੱਦਾਂ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਆ ਤੇ ਉਹਨੂੰ ਆਪਾਂ ਗਾਹਾਂ ਕਿੱਦਾਂ ਲੈ ਕੇ ਜਾਣਾ ਹੈਗਾ ਆ ਤੇ ਉਹ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ। ਤੇ ਅੱਜ ਦੇ ਪ੍ਰੋਗਰਾਮ ਨੂੰ ਫਿਰ ਅਸੀਂ ਇੱਥੇ ਹੀ ਸੰਕੋਚਦੇ ਹਾਂ ਤੇ ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।